ਹੈਲੋ एवरीवन, ਤਾਂ ਕਿਵੇਂ ਹੋ ਤੁਸੀਂ ਸਾਰੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਈਲੈਟਸ ਇਨ ਪੰਜਾਬੀ ਦੇ ਰਾਈਟਿੰਗ ਦੇ ਕੋਰਸ ਦੇ ਵਿੱਚ। ਜਿਹੜੀ ਅੱਜ ਦੀ ਕਲਾਸ ਆ ਇਹਦੇ ਵਿੱਚ ਟਾਸਕ 1 ਵੀ ਡਿਸਕਸ ਕੀਤਾ ਜਾਵੇਗਾ, ਇਹਦੇ ਵਿੱਚ ਟਾਸਕ 2 ਵੀ ਡਿਸਕਸ ਹੋਵੇਗਾ। ਜੇ ਗੱਲ ਕੀਤੀ ਜਾਵੇ ਟਾਸਕ 1 ਦੀ ਸਪੈਸੀਫਿਕ ਟਾਈਪ ਦੀ ਵੀ ਕਿਹੜੀ ਟਾਈਪ ਡਿਸਕਸ ਕਰਾਂਗੇ ਤਾਂ ਲੀਨੀਅਰ ਗਰਾਫ, ਲਾਈਨ ਗਰਾਫ ਜਿਹਨੂੰ ਕਹਿੰਦੇ ਹੁੰਦੇ ਆਗੇ, ਉਹ ਅੱਜ ਦੀ ਇਸ ਕਲਾਸ ਦੇ ਵਿੱਚ ਡਿਸਕਸ ਕੀਤਾ ਜਾਊਗਾ। ਓਕੇ, ਅਤੇ ਟਾਸਕ 2 ਦਾ ਮੈਂ ਅੱਜ ਡਿਸਕਸ ਕਰਵਾਉਣ ਤੁਹਾਨੂੰ ਜਾ ਰਿਹਾ ਐਡਵਾਂਟੇਜ ਆਊਟਵੇ ਡਿਸਐਡਵਾਂਟੇਜ। ਠੀਕ ਹੈ, ਤਾਂ ਇਹ ਜਿਹੜੀ ਟਾਈਪ ਆ ਗਈ ਉਹ ਤੁਹਾਡੀ ਜਿਹੜੀ ਕਿ ਡਿਸਕਸ ਕਰਾਂਗੇ ਆਪਾਂ ਟਾਸਕ 2 ਦੇ ਵਿੱਚ। ਕਲਾਸ ਵਧੀਆ ਬਣਾਉਣ ਦੀ ਪੂਰੀ ਤੋਂ ਪੂਰੀ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਆਪਾਂ ਸਮਝਾ ਸਕੀਏ। ਅਤੇ ਨਾਲ ਦੀ ਨਾਲ ਔਨਲਾਈਨ ਕਲਾਸਿਸ ਦੇ ਲਈ ਸਾਡਾ ਜਿਹੜਾ ਕੋਰਸ ਤਿਆਰ ਕੀਤਾ ਜਾ ਰਿਹਾ, ਤੁਸੀਂ ਇਹਦੇ ਲਈ ਕੰਟੈਕਟ ਕਰ ਸਕਦੇ ਹੋ ਸਾਨੂੰ। ਵੈਸੇ ਤਾਂ ਇਹ ਜਿਹੜੀ ਵੀਡੀਓ ਆ ਉਹ ਉਹਨਾਂ ਬੱਚਿਆਂ ਨੂੰ ਹੀ ਮਿਲਣੀ ਆ ਜਿਨ੍ਹਾਂ ਨੇ ਜਿਹੜਾ ਕਿ ਕੋਰਸ ਬਾਏ ਕੀਤਾ ਹੋਇਆ। ਅਤੇ ਨਾਲ ਦੀ ਨਾਲ ਜਿਹੜਾ ਕਿ ਜੁੰਬੋ ਕਿਊ ਕਾਰਡ PDF ਆ ਉਹ ਸਾਡੇ ਕੋਲ ਰੈਡੀ ਹੈ। ਇਹਦਾ ਪ੍ਰਾਈਸ ਤੁਸੀਂ ਜਾਣਨ ਦੇ ਲਈ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ। ਇਹਦੇ ਵਿੱਚ 8-9 ਕਹਾਣੀਆਂ ਦੇ ਨਾਲ ਟੋਟਲ ਤੁਹਾਡੇ ਜਿਹੜੇ 53 ਕਿਊ ਕਾਰਡ ਕਵਰ ਹੋ ਜਾਣਗੇ, ਯਾਨੀ ਕਿ ਇੱਕ ਸਟੋਰੀ ਕਈ ਕਿਊ ਕਾਰਡ ਵਿੱਚ ਕੰਮ ਕਰ ਜਾਂਦੀ ਹੁੰਦੀ ਹੈ। ਤਾਂ ਇੱਦਾਂ ਦਾ ਕੁਝ ਜਿਹੜਾ ਕਿ PDF ਆ, ਹੈ ਨਾ। ਤਾਂ ਹੁਣ ਆਪਾਂ ਰਾਈਟਿੰਗ ਦੀ ਮੋਡਿਊਲ ਦੀ ਗੱਲ ਕਰਦੇ ਹਾਂ, ਅਤੇ ਆਪਾਂ ਗੱਲ ਕਰ ਰਹੇ ਹਾਂ ਰਾਈਟਿੰਗ ਦੇ ਮੋਡਿਊਲ ਦੀ। ਜਿਵੇਂ ਕਿ ਰਾਈਟਿੰਗ ਦੇ ਮੋਡਿਊਲ ਦੀ ਜਿਹੜੀ ਕਿ ਆਪਾਂ ਸਟਰਕਚਰ ਆ ਤੁਹਾਨੂੰ ਸਾਰਿਆਂ ਨੂੰ ਸਿਖਾਈ ਹੋਈ ਆ ਨਾ। ਤਾਂ ਹੁਣ ਵੈਸੇ ਆਪਾਂ ਜਿਹੜਾ ਵੀ ਆਪਣੇ ਕੋਲ ਟਾਸਕ 2 ਅੱਜ ਡਿਸਕਸ ਕਰਾਂਗੇ ਨਾ, ਉਹਦੇ ਵਿੱਚ ਉਹ ਮੇਰਾ ਪੁਰਾਣਾ ਟਾਸਕ 2 ਆ। ਇਹਦੇ ਵਿੱਚ ਵੀ ਆਪਾਂ ਇਲੈਬੋਰੇਸ਼ਨ ਸਿੱਖਣੀ ਆ। ਵੈਸੇ ਤੁਸੀਂ ਸਟਰਕਚਰ ਜਿਹੜੀ ਕਿ ਮੈਂ ਤੁਹਾਨੂੰ ਸਿਖਾਈ ਹੋਈ ਆ, ਆਲਮੋਸਟ ਤੁਸੀਂ ਪੁਰਾਣੇ ਸਟੂਡੈਂਟ ਹੋ ਸਾਰੇ, ਤਾਂ ਤੁਹਾਨੂੰ ਉਹ ਸਟਰਕਚਰ ਪਤਾ ਗਈ ਨਾ। ਉਹ ਸਟਰਕਚਰ ਹੈਗੀ ਆ ਤੁਹਾਡੀ 6.5 ਬੈਂਡ ਵਾਲੀ। ਅਤੇ ਜਿਹੜਾ ਅੱਜ ਟਾਸਕ 2 ਮੈਂ ਤੁਹਾਨੂੰ ਕਰਾਊਂਗਾ ਉਹ ਵੀ ਲਗਭਗ 4-4.5 ਬੈਂਡ ਵਾਲਾ ਹੋਊਗਾ। ਅਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਰਾਈਟਿੰਗ ਦੇ ਮੋਡਿਊਲ ਦੀ ਆਪਾਂ ਗੱਲ ਕਰ ਰਹੇ ਹਾਂ, ਹੈ ਨਾ। ਤਾਂ ਰਾਈਟਿੰਗ ਦਾ ਮੋਡਿਊਲ ਸਭ ਤੋਂ ਪਹਿਲਾਂ ਕੁਝ ਕੁ ਇੰਪੋਰਟੈਂਟ ਗੱਲਾਂ ਵੀ ਹੁੰਦੀਆਂ ਨੇ, ਹੈ ਨਾ, ਜਿਹੜੀਆਂ ਕਿ ਤੁਹਾਨੂੰ ਦੱਸਣੀਆਂ ਬਣਦੀਆਂ ਹੁੰਦੀਆਂ ਨੇ। ਰਾਈਟਿੰਗ ਦਾ ਮੋਡਿਊਲ ਆਪਾਂ ਕਹਿ ਸਕਦੇ ਹਾਂ ਕਿ ਈਜ਼ੀਐਸਟ ਮੋਡਿਊਲ ਆ ਸਾਰੇ ਮੋਡਿਊਲਸ ਦੇ ਵਿੱਚੋਂ, ਜਿੱਥੋਂ ਤੱਕ ਮੈਨੂੰ ਲੱਗਦਾ ਵੀ ਰਾਈਟਿੰਗ ਬਹੁਤ ਸੌਖੀ ਆ। ਕਿਉਂਕਿ ਰਾਈਟਿੰਗ ਦੇ ਵਿੱਚ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਲੈਣੀ ਹੁੰਦੀ ਨਾ ਕਈ ਵਾਰ, ਕਿਉਂਕਿ ਲਿਸਨਿੰਗ ਦੇ ਵਿੱਚ ਆਪਾਂ ਕਈ ਵਾਰ ਕਨਫਿਊਜ਼ ਹੋ ਜਾਂਦੇ ਹੁੰਦੇ ਆ, ਟੈਨਸ਼ਨ ਲੈ ਜਾਂਦੇ ਹੁੰਦੇ ਆ ਨਾ ਵੀ ਕਈ ਵਾਰ ਲਿਸਨਿੰਗ ਫਾਸਟ ਆ ਜਾਂਦੀ ਹੁੰਦੀ ਆ, ਉਹ ਚੱਕਰ ਪੈ ਜਾਂਦਾ ਹੁੰਦਾ। ਰੀਡਿੰਗ ਕਈ ਵਾਰ ਡਿਫੀਕਲਟ ਆ ਜਾਂਦੀ ਹੁੰਦੀ ਆ, ਪਰ ਸਪੀਕਿੰਗ ਵੀ ਚਲੋ ਕਈ ਵਾਰ ਕਹਿ ਸਕਦੇ ਆ ਵੀ ਐਗਜ਼ਾਮੀਨਰ ਆਪਾਂ ਨੂੰ ਉਲਝਾ ਲੈਂਦੇ ਆ। ਪਰ ਜੇ ਗੱਲ ਕੀਤੀ ਜਾਵੇ ਰਾਈਟਿੰਗ ਦੇ ਮੋਡਿਊਲ ਦੀ, ਰਾਈਟਿੰਗ ਦਾ ਮੋਡਿਊਲ ਯਾਰ ਆਪਣੇ ਉੱਤੇ ਡਿਪੈਂਡ ਕਰਦਾ, ਟੋਟਲੀ ਆਪਣੀ ਨੌਲੇਜ ਦੇ ਉੱਤੇ ਡਿਪੈਂਡ ਕਰਦਾ। ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਵੀ ਰਾਈਟਿੰਗ ਆਪਾਂ ਨੂੰ ਬਹੁਤ ਹੀ ਕੋਈ ਹੋਰ ਹੀ ਪਾਸੋਂ ਚੱਕ ਕੇ ਪਾ ਦੇਣਗੇ ਨਾ। ਤਾਂ ਟਾਸਕ 1 ਦਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ, ਕਿਉਂਕਿ ਟਾਸਕ 1 ਤਾਂ ਆਪਣੇ ਸਾਹਮਣੇ ਇਨਫੋਰਮੇਸ਼ਨ ਪਈ ਹੋਣੀ ਆ ਅਤੇ ਆਪਾਂ ਉਹੀ ਡਾਟਾ ਟਰਾਂਸਫਰ ਕਰਨਾ, ਹੈ ਨਾ। ਆਪਾਂ ਵੇਰੀਏਸ਼ਨ ਲਾ ਕੇ ਉਹ ਡਾਟਾ ਨੂੰ ਸ਼ੋਅ ਕਰਨਾ। ਟਾਸਕ 2 ਦੇ ਵਿੱਚ ਵੀ ਉਹ ਵੱਧ ਤੋਂ ਵੱਧ ਆਪਾਂ ਤੋਂ ਕੀ ਪੁੱਛ ਲੈਣਗੇ, ਆਪਾਂ ਨੂੰ ਸਟਰਕਚਰ ਆਉਂਦੀ ਹੈ ਅਤੇ ਇੰਨੇ ਕੁ ਕੈਪੇਬਲ ਆਪਾਂ ਹੈਗੇ ਹਾਂ ਵੀ ਆਪਾਂ ਆਪਦੇ ਤਰੀਕੇ ਨਾਲ ਉਹ ਪੁਆਇੰਟ ਲੱਭ ਕੇ ਵਧੀਆ ਤਰੀਕੇ ਨਾਲ ਟਾਸਕ 2 ਲਿਖ ਸਕੀਏ, ਹੈ ਨਾ। ਤਾਂ ਰਾਈਟਿੰਗ ਦਾ ਮੋਡਿਊਲ ਬਹੁਤ ਸੌਖਾ, 6 ਬੈਂਡ ਤਾਂ ਬਿਲਕੁਲ ਵੀ ਔਖੇ ਨਹੀਂ ਹੈਗੇ। ਜੇ ਤੁਹਾਡੇ ਕੋਲ ਵਧੀਆ ਨੌਲੇਜ ਹੈਗੀ ਆ, ਐਕਸਪਲੇਨ ਤੁਹਾਨੂੰ ਵਧੀਆ ਕਰਨਾ ਹੁੰਦਾ, ਤਾਂ 6.5 ਬੈਂਡ ਵੀ ਔਖੇ ਨਹੀਂ ਹੈਗੇ। ਜੇ ਤੁਹਾਡੇ ਕੋਲ ਐਡਵਾਂਸ ਵਕੈਬ ਵੀ ਹੈਗੀ ਆ, ਵਕੈਬ ਚਲੋ ਮੈਨੂੰ ਪਤਾ ਨਹੀਂ ਵੀ ਵਕੈਬ ਨਾਲ ਕੋਈ ਬਹੁਤਾ ਫਰਕ ਪਊਗਾ, ਥੋੜ੍ਹਾ ਮੋਟਾ ਤਾਂ ਪੈਂਦਾ ਹੀ ਹੋਣਾ। ਤਾਂ ਜੇ ਵਕੈਬ ਹੈਗੀ ਆ ਤਾਂ 7 ਬੈਂਡਾਂ ਤੱਕ ਵੀ ਪਹੁੰਚ ਸਕਦੇ ਹੋ, ਹੈ ਨਾ। ਗੱਲਾਂ ਸਿੱਧੀਆਂ ਹੀ ਹੁੰਦੀਆਂ ਨੇ ਆਪਣੇ ਕੋਲੇ। ਤਾਂ ਹੁਣ ਆਪਾਂ ਟਾਸਕ 1 ਸ਼ੁਰੂ ਕਰ ਦਿੰਦੇ ਹੈਗੇ, ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਾਂਗੇ। ਲਓ ਜੀ, ਹੁਣ ਆਪਾਂ ਟਾਸਕ 1 ਦੇ ਉੱਤੇ ਆ ਚੁੱਕੇ ਹਾਂ। ਟਾਸਕ 1 ਆਪਣਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਵੀ ਲੀਨੀਅਰ ਗਰਾਫ ਆ ਨਾ। ਲੀਨੀਅਰ ਗਰਾਫ ਅੱਜ ਆਪਾਂ ਟਾਸਕ 1 ਦੇ ਵਿੱਚ ਕਰਨਾ ਗਾ। ਜਿਵੇਂ ਕਿ ਇਹ ਜਿਹੜਾ ਟਾਸਕ ਆ ਤੁਹਾਨੂੰ ਸਕਰੀਨ ਦੇ ਉੱਤੇ ਸ਼ੋਅ ਵੀ ਹੋ ਰਿਹਾ। ਇਹਦੇ ਵਿੱਚ ਆਪਾਂ ਪੜ੍ਹੀਏ ਵੀ ਹੈ ਕਾਹਦੇ ਬਾਰੇ ਆ। ਕਹਿੰਦਾ ਦੀ ਗ੍ਰਾਫ ਬਿਲੋ ਗਿਵਸ ਇਨਫੋਰਮੇਸ਼ਨ ਅਬਾਊਟ ਦਾ ਪ੍ਰਾਈਸ ਆਫ ਬਨਾਨਾਜ਼ ਇਨ 4 ਕੰਟਰੀਜ਼ ਬਿਟਵੀਨ 1994 ਐਂਡ 2004। ਯਾਨੀ ਕਿ 1994 ਤੋਂ ਲੈ ਕੇ 2004 ਦੇ ਤੱਕ ਜਿਹੜਾ ਕਿ ਕੇਲਿਆਂ ਦਾ ਰੇਟ ਸੀ, ਕੇਲਿਆਂ ਦਾ ਮੁੱਲ ਸੀ ਕਿਹੜੀ ਕੰਟਰੀ ਦੇ ਵਿੱਚ, 4 ਡਿਫਰੈਂਟ ਕੰਟਰੀਜ਼ ਨੇ, ਉਹਨਾਂ ਦਾ ਇਹ ਡਾਟਾ ਤੁਹਾਡੇ ਕੋਲ ਦਿੱਤਾ ਹੋਇਆ। ਅਤੇ ਬਨਾਨਾ ਦੇ ਪ੍ਰਾਈਸ ਨੇ 1994 ਤੋਂ ਲੈ ਕੇ 2004 ਦੇ ਤੱਕ ਨਾ। ਤਾਂ ਤੁਸੀਂ ਦੇਖ ਸਕਦੇ ਹੋ 4 ਕੰਟਰੀਆਂ ਕਿਹੜੀਆਂ ਨੇ। ਪਹਿਲੀ ਕੰਟਰੀ ਜਪਾਨ ਆ, ਦੂਜੀ ਕੰਟਰੀ ਤੁਸੀਂ ਇੱਥੇ ਦੇਖ ਸਕਦੇ ਹੋ ਵੀ ਫਰਾਂਸ ਆ, ਤੀਜੀ ਕੰਟਰੀ ਤੋਂ ਬਾਅਦ ਜਰਮਨੀ ਆ, ਅਤੇ ਲਾਸਟ ਜਿਹੜੀ ਕੰਟਰੀ ਆ ਉਹ ਇੱਥੇ USA ਆ, ਹੈ ਨਾ। ਤਾਂ 4 ਕੰਟਰੀ ਦਾ ਜਿਹੜਾ ਕਿ ਪ੍ਰਾਈਸ ਆ ਉਹ ਕੰਪੈਰੀਜ਼ਨ ਕੀਤਾ ਹੋਇਆ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਹੀ ਹੁੰਦਾ ਵੀ ਜਿਹੜਾ ਟਾਸਕ 1 ਹੁੰਦਾ ਨਾ, ਟਾਸਕ 1 ਦੇ ਵਿੱਚ ਆਪਾਂ ਕੀ ਕੰਪੇਅਰ ਕਰਦੇ ਹੁੰਦੇ ਹਾਂ ਵੀ ਜਿਹੜਾ ਟੇਬਲ ਹੋ ਗਿਆ, ਪਾਈ ਹੋ ਗਈ, ਬਾਰ ਹੋ ਗਈ, ਲਾਈਨ ਹੋ ਗਈ, ਇਹਨਾਂ ਸਾਰਿਆਂ ਦੇ ਵਿੱਚ ਕੁਝ ਨਾ ਕੁਝ ਕਿਤੇ ਨਾ ਕਿਤੇ ਕੰਪੇਅਰ ਹੋਇਆ ਹੁੰਦਾ। ਤਾਂ ਜਿਹੜਾ ਆਹ ਟਾਸਕ ਹੈਗਾ ਜਿਹੜਾ ਕਿ ਅੱਜ ਆਪਾਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਤੁਹਾਨੂੰ ਸ਼ੋਅ ਹੋ ਰਿਹਾ, ਜੇ ਆਪਾਂ ਇਹਦੀ ਗੱਲ ਕਰੀਏ ਵੀ ਇਹਦੇ ਵਿੱਚ ਤੁਹਾਡਾ ਕੰਪੇਅਰ ਕੀ ਹੋਇਆ, ਕੰਪੈਰੀਜ਼ਨ ਕਾਹਦਾ ਹੋਇਆ, ਤਾਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕੰਪੈਰੀਜ਼ਨ ਸਿੱਧਾ ਸਾਦਾ ਜਿਹੜਾ ਕਿ ਆਪਣਾ ਕੇਲਿਆਂ ਦੇ ਰੇਟ ਦਾ, ਜਿਹੜਾ ਕਿ ਬਨਾਨਾ ਦੇ ਪ੍ਰਾਈਸ ਦਾ ਜਿਹੜਾ ਕੰਪੈਰੀਜ਼ਨ ਹੋਇਆ ਜਿਵੇਂ ਕਿ ਮੈਂ ਤੁਹਾਨੂੰ ਸਿਖਾਇਆ ਹਰ ਵਾਰੀ ਇੱਦਾਂ ਹੋਇਆ ਵੀ ਆਪਾਂ ਨੂੰ ਜਿਹੜਾ ਕਿ ਕੰਪੈਰੀਜ਼ਨ ਨਾਲ ਜਿਹੜੇ ਕਿ ਇੰਟਰੋ ਆਪਾਂ ਬਣਾਵਾਂਗੇ, ਹੈ ਨਾ। ਤਾਂ ਇੰਟਰੋ ਕਿੱਦਾਂ ਆਜੂ, ਸਭ ਤੋਂ ਪਹਿਲਾਂ ਆਪਾਂ ਇੰਟਰੋ ਦਾ ਕੰਮ ਨਿਬੇੜ ਦਈਏ, ਬਾਕੀ ਗੱਲਾਂ ਆਪਾਂ ਬਾਅਦ 'ਚੋਂ ਮਾਰਾਂਗੇ, ਹੈ ਨਾ। ਇਹਨਾਂ ਦੀ ਕੰਪੈਰੀਜ਼ਨ ਬਿਟਵੀਨ ਦਾ ਪ੍ਰਾਈਸ ਆਫ ਬਨਾਨਾਜ਼। ਲਓ ਜੀ, ਉਹੀ ਗੱਲ ਹੋ ਗਈ ਨਾ ਵੀ ਪ੍ਰਾਈਸ ਆਫ ਬਨਾਨਾ ਦੇ ਵਿੱਚ ਕੰਪੈਰੀਜ਼ਨ ਹੋਇਆ ਇਨ 4 ਨੇਸ਼ਨ ਕੰਟਰੀਜ਼ ਨੂੰ ਆਪਾਂ ਨੇਸ਼ਨ ਲਿਖਤਾ, ਨੇਮਲੀ ਯਾਨੀ ਕਿ ਉਹਨਾਂ ਕੰਟਰੀਜ਼ ਦਾ ਨੇਮ ਕੀ ਆ, ਜਪਾਨ ਆ, ਫਰਾਂਸ ਆ, ਉਸ ਤੋਂ ਬਾਅਦ ਜਰਮਨੀ ਆ, ਜਰਮਨੀ ਤੋਂ ਬਾਅਦ ਤੁਹਾਡਾ USA ਆ, ਠੀਕ ਹੈ। ਟਾਈਮ ਪੀਰੀਅਡ ਕਿੰਨਾ, ਫਰੋਮ 1994 ਟੂ 2004, ਯਾਨੀ ਕਿ 10 ਕੁ ਸਾਲਾਂ ਦਾ, ਇੱਕ ਡਿਕੇਡ ਦਾ ਟਾਈਮ ਆ ਇਹਦੇ ਵਿੱਚ ਕੰਪੈਰੀਜ਼ਨ ਹੋਇਆ।
ਇਜ਼ ਇਲੂਸਟ੍ਰੇਟਡ ਬਾਈ ਲੀਨੀਅਰ ਗ੍ਰਾਫ। ਇਹ ਜਿਹੜੀ ਤੁਹਾਡੀ ਸਟੇਟਮੈਂਟ ਆ ਉਹ ਇੰਟਰੋ ਹੈ। ਇੰਟਰੋ ਤੁਹਾਡੀ ਪੈਸਿਵ ਦੇ ਵਿੱਚ ਬਣ ਗਈ ਕਿਉਂਕਿ ਤੁਸੀਂ ਇਸ ਦੇ ਨਾਲ ਜਿਹੜੀ ਕਿ ਵਰਬ ਦੀ ਥਰਡ ਫਾਰਮ ਲਾ ਰਹੇ ਹੋ ਹੈ ਨਾ, ਅਤੇ ਉਸ ਤੋਂ ਬਾਅਦ ਵਾਈ ਵੀ ਯੂਜ਼ ਕਰ ਰਹੇ ਹੋ, ਅਤੇ ਇਹ ਤੁਹਾਡਾ ਪੈਸਿਵ ਹੋ ਗਿਆ। ਪੈਸਿਵ ਦੇ ਵਿੱਚ ਤੁਹਾਡੀ ਇੰਟਰੋ ਬਣ ਗਈ। ਇਹ ਸਭ ਤੋਂ ਬੈਸਟ ਵੇ ਆ ਤੁਹਾਡਾ ਇੰਟਰੋ ਲਿਖਣ ਦਾ, ਜਿਵੇਂ ਕਿ ਤੁਹਾਨੂੰ ਇਹ ਚੀਜ਼ ਦਾ ਹੁਣ ਪਤਾ ਲੱਗ ਹੀ ਚੁੱਕਿਆ ਹੈ ਨਾ। ਤਾਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਵੀ ਆਪਣੀ ਇੰਟਰੋ ਦਾ ਕੰਮ ਆਪਾਂ ਨਿਬੇੜਤਾ ਹੈ ਨਾ, ਤਾਂ ਹੁਣ ਤੁਹਾਡੇ ਉੱਤੇ ਆ ਵੀ ਤੁਸੀਂ ਓਵਰਆਲ ਸ਼ੁਰੂ ਕਰਨਾ ਜਾਂ ਫਿਰ BP ਸ਼ੁਰੂ ਕਰਨਾ। ਓਵਰਆਲ ਦਾ ਗੱਲ ਐਂ ਹੁੰਦਾ ਵੀ ਤੁਹਾਨੂੰ ਟਾਸਕ ਦੇਖਣ ਤੋਂ ਬਾਅਦ ਕੀ ਸਮਝ ਆ ਰਿਹਾ, ਮੋਟਾ ਮੋਟਾ ਤੁਹਾਨੂੰ ਉਹਦੇ ਵਿੱਚੋਂ ਕੀ ਨਜ਼ਰ ਕੀ ਦੇ ਰਿਹਾ ਨਾ, ਦਿਖਾਈ ਕੀ ਦੇ ਰਿਹਾ, ਉਹ ਤੁਹਾਡਾ ਓਵਰਆਲ ਹੁੰਦਾ। ਤਾਂ ਹੁਣ ਆਪਾਂ ਇਹ ਤੁਹਾਡੇ ਮਤਲਬ ਕਿ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਇਹ ਟੋਟਲੀ ਤੁਹਾਡੇ ਉੱਤੇ ਆ। ਜਿਵੇਂ ਜਿਹੜੀ ਸਟਰਕਚਰ ਦੇ ਵਿੱਚ ਮੈਂ ਪੜ੍ਹਿਆ, ਜਿੱਥੋਂ ਮੈਂ ਪੜ੍ਹਿਆ ਉਹਨਾਂ ਨੇ ਕਿਹਾ ਵੀ ਓਵਰਆਲ ਪਹਿਲਾਂ ਲਿਖ ਦਿਓ, ਪਰ ਫਿਰ ਵੀ ਕੋਈ ਸਟ੍ਰਿਕਟ ਨਹੀਂ ਸੀ ਵੀ ਤੁਹਾਡੇ ਉੱਤੇ ਡਿਪੈਂਡ ਕਰਦਾ, ਬੱਚੇ ਦੇ ਉੱਤੇ ਹੀ ਡਿਪੈਂਡ ਆ ਵੀ ਪਹਿਲਾਂ ਲਿਖਣਾ ਜਾਂ ਲਾਸਟ ਦੇ ਵਿੱਚ ਲਿਖਣਾ ਹੈ ਨਾ। ਤਾਂ ਗੱਲ ਐਵੇਂ ਹੁੰਦੀ ਹੈ ਵੀ ਨਾ ਵੀ ਓਵਰਆਲ ਦੇ ਵਿੱਚ ਵੀ ਆਪਾਂ ਨੂੰ ਕੋਈ ਬਹੁਤਾ ਜ਼ਿਆਦਾ ਸੋਚਣਾ ਨਹੀਂ ਪੈਂਦਾ ਹੈ ਨਾ, ਕਿਉਂਕਿ BP ਵਿੱਚ ਥੋੜ੍ਹਾ ਜਿਹਾ ਦਿਮਾਗ ਲੱਗਦਾ ਹੁੰਦਾ, ਵੇਰੀਏਸ਼ਨ ਆ। ਤਾਂ ਜੇ ਓਵਰਆਲ ਦੇ ਵਿੱਚ ਆਪਾਂ ਨੂੰ ਜ਼ਿਆਦਾ ਨਹੀਂ ਸੋਚਣਾ ਪੈਂਦਾ ਤਾਂ ਓਵਰਆਲ ਆਪਾਂ ਪਹਿਲਾਂ ਹੀ ਲਿਖ ਦਾਂਗੇ ਆਪਣੀ ਇੰਟਰੋ ਤੋਂ ਬਾਅਦ ਹੈ ਨਾ। ਤਾਂ ਤੁਸੀਂ ਦੇਖੋ ਵੀ ਓਵਰਆਲ ਦੇ ਵਿੱਚ ਆਪਾਂ ਕੀ ਨਤੀਜਾ ਕੱਢੀਏ। ਤਾਂ ਤੁਸੀਂ ਧਿਆਨ ਦੇ ਨਾਲ ਦੇਖੋਗੇ ਵੀ ਜਿਹੜਾ ਕੀ ਆ ਸੈਕਿੰਡ ਕੰਟਰੀ ਆ, ਇਹ ਕਿਹੜੀ ਹੈਗੀ, ਇਹ ਤੁਹਾਡੀ ਫਰਾਂਸ ਆ। ਫਰਾਂਸ ਦੇ ਵਿੱਚ ਜਿਹੜਾ ਕਿ ਪ੍ਰਾਈਸ ਕਿੰਨਾ ਸੀ, ਆਲਮੋਸਟ $1.70 ਹੋਊਗਾ ਨਾ, ਅਤੇ ਇਹ ਪ੍ਰਾਈਸ ਲਾਸਟ ਦੇ ਵਿੱਚ ਵੀ ਆਲਮੋਸਟ ਕੋਈ ਬਹੁਤਾ ਵੱਡਾ ਚੇਂਜ ਇਹਦੇ ਵਿੱਚ ਆਪਾਂ ਨੂੰ ਨਹੀਂ ਦੇਖਣ ਨੂੰ ਮਿਲਿਆ। ਕਲੀਅਰ ਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੀ ਜਰਮਨੀ ਦਾ ਵੀ ਹੈਗਾ ਸੀ ਆਲਮੋਸਟ 1.40 ਅਤੇ ਲਾਸਟ ਦੇ ਵਿੱਚ 1.10 ਰਹਿ ਗਿਆ ਨਾ, ਕੋਈ ਯਾਨੀ ਕਿ ਡਿਕਰੀਜ਼ ਹੀ ਹੋਇਆ ਓਵਰ ਦਾ ਪੀਰੀਅਡ ਹੈ ਨਾ, ਦੋਨਾਂ 'ਚ ਡਿਕਰੀਜ਼ ਹੋਇਆ। ਅਤੇ ਜਿਹੜਾ USA ਦੇ ਵਿੱਚ 0.70 ਹੋਊਗਾ ਅਤੇ ਲਾਸਟ ਵਿੱਚ ਜਾ ਕੇ ਆਲਮੋਸਟ 1 ਹੋ ਗਿਆ, ਯਾਨੀ ਕਿ ਇਹਦੇ ਵਿੱਚ ਵੀ ਬਹੁਤਾ ਵੱਡਾ ਕੋਈ ਚੇਂਜ ਨਹੀਂ ਆਪਾਂ ਨੂੰ ਮਿਲਿਆ। ਪਰ ਜੇ ਆਪਾਂ ਗੱਲ ਕਰੀਏ ਪਹਿਲੀ ਕੰਟਰੀ ਕਿਹੜੀ ਹੈ, ਜਪਾਨ ਦੇ ਵਿੱਚ $2 ਸੀ, ਅਤੇ ਲਾਸਟ ਈਅਰ ਦੇ ਵਿੱਚ ਆਪਣੇ ਕੋਲ ਕਿੰਨਾ ਰਹਿ ਗਿਆ, 250 ਹੋ ਗਿਆ ਨਾ, ਯਾਨੀ ਕਿ ਥੋੜ੍ਹਾ ਜਿਹਾ ਇਨਕਰੀਜ਼ ਹੋਇਆ। ਅਤੇ ਆਪਾਂ ਓਵਰਆਲ ਇੱਦਾਂ ਬਣਾ ਦਾਂਗੇ ਵੀ ਜਿਹੜਾ ਕਿ ਬਾਕੀ ਕੰਟਰੀਜ਼ ਦੀਆਂ ਨਾ, ਵੀ ਜਿਹੜੀਆਂ 3 ਥੱਲੇ ਵਾਲੀਆਂ ਨੇ, ਫਰਾਂਸ, ਜਰਮਨੀ, USA, ਵੀ ਇਹਨਾਂ ਵਿੱਚ ਜਿਹੜਾ ਕਿ ਬਨਾਨਾ ਦਾ ਪ੍ਰਾਈਸ ਸੀ ਉਹ ਫਲਕਚੁਏਟ ਕਰਦਾ ਰਿਹਾ, ਵੀ ਕਦੇ ਉੱਪਰ ਨੂੰ ਥੱਲੇ ਨੂੰ ਹੈ ਨਾ, ਇੱਦਾਂ ਕੁਝ ਰਿਹਾ ਹੈ ਨਾ, ਕਦੇ ਸਿੱਧਾ ਵਗ ਗਿਆ। ਪਰ ਜਿਹੜਾ ਕਿ ਆਪਣੀ ਜਿਹੜੀ ਕਹਿ ਦਾਂਗੇ ਵੀ ਜਪਾਨ ਹੈਗਾ, ਜਪਾਨ ਦੇ ਵਿੱਚ ਓਵਰ ਦਾ ਪੀਰੀਅਡ ਇੱਕ ਇਨਕਰੀਜ਼ ਦੇਖਣ ਨੂੰ ਮਿਲਿਆ ਹੈ ਨਾ, ਇਨਕਰੀਜ਼ ਦੇਖਣ ਨੂੰ ਮਿਲਿਆ ਵੀ 50% ਦਾ ਜਿਹੜਾ ਕਿ ਇਨਕਰੀਜ਼ ਹੋਇਆ, ਬਹੁਤਾ ਵੱਡਾ ਇਨਕਰੀਜ਼ ਨਹੀਂ ਹੈਗਾ, ਪਰ ਫਿਰ ਵੀ ਆਪਾਂ ਨੂੰ ਲਿਖ ਦਾਂਗੇ ਸਲਾਈਟ ਇਨਕਰੀਜ਼ ਹੋਇਆ ਨਾ। ਤਾਂ ਦੇਖੋ ਮੈਂ ਓਵਰਆਲ ਕਿੱਦਾਂ ਲਿਖਿਆ। ਓਵਰਆਲ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਵੀ ਓਵਰਆਲ ਇਟ ਇਜ਼ ਵਰਥ ਨੋਟਿਸਿੰਗ ਦੈਟ, ਵੀ ਇਹ ਦੇਖਣਯੋਗ ਆ, ਕੀ ਦੇਖਣਯੋਗ ਆ, ਵੀ ਪ੍ਰਾਈਸ ਆਫ ਬਨਾਨਾ ਵਾਜ ਫਲਕਚੁਏਟਡ ਇਨ ਗਿਵਨ ਕੰਟਰੀਜ਼ ਓਵਰ ਅ ਪੀਰੀਅਡ ਆਫ ਡਿਕੇਡ, ਵੀ ਜਿਹੜਾ ਕਿ ਬਨਾਨਾ ਦਾ ਪ੍ਰਾਈਸ ਸੀ ਉਹ ਬਾਕੀ ਕੰਟਰੀ ਦੇ ਵਿੱਚ ਫਲਕਚੁਏਟ ਕਰ ਰਿਹਾ ਸੀ ਓਵਰ ਅ ਪੀਰੀਅਡ ਆਫ, ਜਿੰਨਾ ਵੀ ਤੁਹਾਡਾ ਟਾਈਮ ਪੀਰੀਅਡ ਹੈਗਾ ਵੀ ਉਹ ਟਾਈਮ ਦੇ ਵਿੱਚ, ਡਿਕੇਡ ਦੇ ਟਾਈਮ ਦੇ ਵਿੱਚ ਹੈ ਨਾ। ਕਹਿੰਦਾ ਵਾਈਲ ਦਾ ਮਤਲਬ ਕੀ ਹੁੰਦਾ, ਜਦ ਕੀ, ਜਾਣੀ ਕਿ ਆਪਾਂ ਇਹਦੇ ਉਲਟ ਗੱਲ ਕਰਾਂਗੇ। ਕਹਿੰਦਾ ਇਟ ਸਲਾਈਟਲੀ ਇਨਕਰੀਜ਼ਡ ਇਨ ਜਪਾਨ। ਲਓ ਜੀ, ਸਿੰਪਲ ਜੀ ਗੱਲ ਆ ਵੀ ਕਹਿੰਦਾ ਜਪਾਨ ਦੇ ਵਿੱਚ ਇਹ ਜਿਹੜਾ ਸਲਾਈਟਲੀ ਇਨਕਰੀਜ਼ ਹੋ ਗਿਆ। ਤਾਂ ਇਸ ਤਰੀਕੇ ਨਾਲ ਜਿਹੜਾ ਕਿ ਆਪਾਂ ਓਵਰਆਲ ਆਪਣਾ ਕੰਪਲੀਟ ਕਰ ਦਿੱਤਾ। ਅਤੇ ਹੁਣ ਮੈਂ ਤੁਹਾਨੂੰ ਜਿਹੜਾ ਟਾਸਕ ਦੇ ਕੋਲੇ ਬਾਅਦ ਵਿੱਚ ਲੈ ਕੇ ਜਾਊਂਗਾ। ਪਹਿਲਾਂ ਮੈਂ ਤੁਹਾਨੂੰ ਪਹਿਲੀ ਵੇਰੀਏਸ਼ਨ ਜੋ ਮੈਂ ਲਾਈ ਆ ਉਹ ਹੈਗੀ ਆ ਪੀਕ ਡੈਟ ਵਾਲੀ ਵੇਰੀਏਸ਼ਨ, ਠੀਕ ਹੈ। ਤਾਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਪੀਕ ਡੈਟ ਵਾਲੀ ਵੇਰੀਏਸ਼ਨ ਦੇ ਵਿੱਚ ਆਪਾਂ 3 ਡਾਟੇ ਕਵਰ ਕਰਦੇ ਹੁੰਦੇ ਹਾਂ। ਕਿੰਨੇ ਡਾਟੇ ਕਵਰ ਕਰਦੇ ਹੁੰਦੇ ਆ, 3 ਡਾਟੇ। ਕਹਿੰਦਾ ਰਿਗਾਰਡਿੰਗ ਜਪਾਨ ਜਾਣੀ ਕਿ ਕੰਟਰੀ ਦੇ ਨੇਮ ਤੋਂ ਆਪਾਂ ਲਾਈਨ ਸਟਾਰਟ ਕਰ ਚੁੱਕੇ ਹਾਂ। ਦੀ ਪ੍ਰਾਈਸ ਆਫ ਇੱਥੇ ਇੱਕ ਲਾਈਨ ਮਿਸਿੰਗ ਆ, ਦੀ ਡਾਟਾ ਹੈਜ਼ ਬੀਨ ਕੈਲੀਬਰੇਟਡ ਇਨ US$, ਇਹ ਲਿਖਣੀ ਨਾ ਭੁੱਲਿਓ, ਠੀਕ ਹੈ। ਤਾਂ ਉਸ ਤੋਂ ਬਾਅਦ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਵੀ ਆਪਾਂ BP ਨੂੰ ਸਟਾਰਟ ਕਰਦੇ ਹਾਂ, ਤਾਂ ਇੱਥੋਂ ਪੜ੍ਹਨਾ ਸ਼ੁਰੂ ਕਰਿਓ। ਕਹਿੰਦਾ ਰਿਗਾਰਡਿੰਗ ਜਪਾਨ, ਕਹਿੰਦਾ ਜੇ ਜਪਾਨ ਦੀ ਗੱਲ ਕਰੀਏ, ਕਹਿੰਦਾ ਦੀ ਪ੍ਰਾਈਸ ਆਫ 1 ਕਿਲੋਗ੍ਰਾਮ ਬਨਾਨਾ ਵਾਜ ਅਬਾਊਟ $2 ਇਨ 1994। ਲਓ ਜੀ, ਕਹਿੰਦਾ 1994 ਦੇ ਵਿੱਚ ਬਨਾਨਾ ਦਾ ਪ੍ਰਾਈਸ $2 ਸੀ 1 ਕਿਲੋ ਦਾ, ਹੈ ਨਾ। ਇਹ ਚੀਜ਼ ਮੈਂਸ਼ਨ ਕੀਤੀ ਹੋਈ ਹੈ ਤੁਹਾਡੀ ਪਿਕਚਰ ਦੇ ਵਿੱਚ ਵੀ 1 ਕਿਲੋਗ੍ਰਾਮ ਬਨਾਨਾ ਦਾ ਪ੍ਰਾਈਸ ਸੀ। ਉਸ ਦਾ ਵਿੱਚ ਲਾਇਆ ਵੀ ਵਿੱਚ ਪੀਕ ਡੈਟ ਯਾਨੀ ਕਿ ਸਭ ਤੋਂ ਹਾਈਐਸਟ ਪੁਆਇੰਟ ਉੱਤੇ ਵਗ ਗਿਆ ਆਲਮੋਸਟ ਯਾਨੀ ਕਿ ਵੀ ਪ੍ਰੋਪਰ ਜਿਹੜਾ ਕਿ ਤੁਸੀਂ ਇੱਥੇ ਦੇਖੋਗੇ ਵੀ ਇੱਥੇ ਅਬਾਊਟ ਆ, ਇੱਥੇ ਆਲਮੋਸਟ ਆ। ਤਾਂ ਇੱਥੇ ਜਿਹੜਾ ਕਿ ਤੁਹਾਨੂੰ ਦੇਖਣ ਨੂੰ ਮਿਲੂਗਾ ਵੀ ਇੱਥੇ ਜਿਹੜਾ ਡਾਟਾ ਉਹ ਪੂਰਾ ਨਹੀਂ ਹੈਗਾ ਨਾ, ਵੀ ਥੋੜ੍ਹਾ ਜਿਹਾ ਉੱਪਰ ਥੱਲੇ ਆ। ਤਾਂ ਇੱਥੇ ਆਪਾਂ ਨੂੰ ਅਪਰੋਕਸ, ਆਲਮੋਸਟ, ਅਰਾਊਂਡ, ਅਬਾਊਟ, ਇਹ ਜਿਹੜੇ ਕਿ ਆਪਾਂ ਨੂੰ ਵਰਡ ਨਾਲ ਆਪਣੇ ਡਾਟੇ ਦੇ ਮੈਂਸ਼ਨ ਕਰਨੇ ਪੈਣਗੇ। ਤਾਂ ਜਿਵੇਂ ਕਿ ਕਹਿੰਦਾ ਆਲਮੋਸਟ $3 'ਤੇ ਹੋ ਗਿਆ ਨੈਕਸਟ ਈਅਰ ਦੇ ਵਿੱਚ, ਉਹ ਜਿਹੜਾ ਪੀਕ ਪੁਆਇੰਟ ਉੱਤੇ ਚਲਿਆ ਗਿਆ ਬਿਫੋਰ ਡਿਕਲਾਈਨਿੰਗ ਟੂ $2 ਇਨ 1996। ਪੀਕ ਪੁਆਇੰਟ ਦੇ ਉੱਤੇ ਕਦੋਂ ਗਿਆ, 1996 ਦੇ ਵਿੱਚ $2 'ਤੇ ਡਿਕਲਾਈਨ ਕਰਨ ਤੋਂ ਪਹਿਲਾਂ। ਤਾਂ ਤੁਸੀਂ ਦੇਖੋ ਇਹ 3 ਡਾਟੇ ਮੈਂ ਸ਼ੋਅ ਕੀਤੇ ਹੈਗੇ। ਆਲਮੋਸਟ $2 ਸੀ ਸਟਾਰਟਿੰਗ ਈਅਰ ਦੇ ਵਿੱਚ, ਉਸ ਤੋਂ ਬਾਅਦ ਆਲਮੋਸਟ $10 'ਤੇ ਵਗ ਗਿਆ, ਆਲਮੋਸਟ ਕਹਿ ਰਹੇ ਹਾਂ, ਅਬਾਊਟ ਕਹਿ ਰਹੇ ਹਾਂ, ਅਪਰੋਕਸੀਮੇਟ ਕਹਿ ਰਹੇ ਹਾਂ, ਹੈ ਨਾ। ਪੀਕ ਪੁਆਇੰਟ ਦੇ ਉੱਤੇ ਵਗ ਗਿਆ। ਅਤੇ ਉਸ ਤੋਂ ਬਾਅਦ ਕੀ ਹੋਇਆਗਾ, ਅਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਕੀ ਹੋਇਆ ਇਹ ਫਿਰ ਡਿਕਲਾਈਨ ਹੋ ਗਿਆ $2 'ਤੇ ਨਾ। ਇੱਥੇ ਡਿਕਲਾਈਨ ਹੋਣ ਤੋਂ ਪਹਿਲਾਂ ਇਹਨੇ ਪੀਕ ਕੀਤਾ, ਉਹਦੇ ਕਰਕੇ ਆਪਾਂ ਲਿਖਤਾ ਬਿਫੋਰ ਡਿਕਲਾਈਨਿੰਗ ਟੂ $2 ਇਨ 1996, ਥੱਲੇ ਜਿਹੜਾ ਕਿ 1996 ਆ, ਠੀਕ ਹੈ। ਤਾਂ ਇੰਨਾ ਕੁ ਡਾਟਾ ਆਪਾਂ ਜਿਹੜਾ ਕਿ ਆਪਣਾ ਜਿਹੜਾ ਕਿ ਜਪਾਨ ਦਾ ਆਪਾਂ ਕਵਰ ਕਰਤਾ, ਹੈ ਨਾ। ਹੁਣ ਅੱਗੇ ਦੇਖਦੇ ਆਪਾਂ ਕਿਹੜੀ ਵੇਰੀਏਸ਼ਨ ਲਾਈ ਆ। ਕਹਿੰਦਾ ਐਕਸੈਪਟ ਐਨ ਇਨਕਰੀਜ਼ ਬਿਟਵੀਨ 1997 ਐਂਡ 1999। ਕਹਿੰਦਾ
97 ਤੋਂ ਲੈ ਕੇ 1999 ਤੱਕ ਜਿਹੜਾ ਇਨਕਰੀਜ਼ ਹੋਇਆ ਕਹਿੰਦਾ ਉਹਨੂੰ ਛੱਡ ਕੇ ਕਹਿੰਦਾ ਦੀ ਪ੍ਰਾਈਸ ਆਫ ਬਨਾਨਾ ਬਾਜ਼ ਟੱਚਡ, ਜਿਹੜਾ ਬਨਾਨਾ ਦਾ ਪ੍ਰਾਈਸ ਸੀ ਉਹਨੇ ਕੀ ਟੱਚ ਕੀਤਾ, ਲੋਐਸਟ ਨੰਬਰ ਤੇ ਮਤਲਬ ਕਿ ਲੋਐਸਟ ਰੇਟ ਹੈ ਨਾ ਪ੍ਰਾਈਸ ਉਹ ਟੱਚ ਕੀਤਾ, ਦੈਟ ਵਾਜ਼ ਅਪਰੋਕਸੀਮੇਟ 1.6 US ਡਾਲਰ ਇਨ 2001। ਕਹਿੰਦਾ ਵੀ 1996 ਤੋਂ 1997 ਦੀ ਗੱਲ ਕਰੀਏ, ਜਿਹੜਾ ਕਿ ਉਹਨੇ ਕਿਹਾ ਨੇ 1996 ਤੋਂ ਜਿਵੇਂ ਕਹਿ ਸਕਦੇ ਵੀ ਇੱਥੋਂ ਕਿਹਾ ਇਹਨੇ 1997 ਤੋਂ ਲੈ ਕੇ 1998 ਤੱਕ, ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਥੋੜ੍ਹਾ ਜਿਹਾ ਇਨਕਰੀਜ਼ ਹੋਇਆ ਹੈ ਨਾ। ਕਹਿੰਦਾ ਉਸ ਤੋਂ ਬਾਅਦ 2001 ਦੇ ਵਿੱਚ ਇਹਨੇ ਆਪਦਾ ਲੋਐਸਟ ਪੁਆਇੰਟ ਜਿਹੜਾ ਕਿੰਨਾ ਸੀ ਆਲਮੋਸਟ 1.6 ਡਾਲਰ ਹੋਊਗਾ ਉਹ ਟੱਚ ਕਰ ਲਿਆ, ਯਾਨੀ ਕਿ ਇੱਥੇ ਤੱਕ ਆਪਾਂ ਡਾਟਾ ਕਵਰ ਕਰਤਾ ਹੈ ਨਾ। ਅਤੇ ਆਹ ਵਾਲਾ ਡਾਟਾ ਆਪਾਂ ਛੱਡਦਾ ਕੋਈ ਚੱਕਰ ਨਹੀਂ, ਇੱਥੇ ਮੇਨ ਆਪਾਂ ਡਾਟਾ ਸ਼ੋਅ ਕਰਦੇ ਹੁੰਦੇ ਕਿਉਂਕਿ ਲਾਈਨ ਦੇ ਵਿੱਚ ਆਪਾਂ ਨੂੰ ਕਈ ਵਾਰ ਡਾਟਾ ਛੱਡਣਾ ਵੀ ਪੈਂਦਾ ਹੁੰਦਾ। ਇਹ ਚੀਜ਼ ਜਿਹਨੇ ਟਾਸਕ ਲਿਖਿਆ ਲਾਈਨ ਦਾ ਉਹਨੂੰ ਪਤਾ ਹੀ ਹੋਊਗਾ ਵੀ ਲਾਈਨ ਦੇ ਵਿੱਚ ਆਪਾਂ ਸਾਰਾ ਡਾਟਾ ਨਹੀਂ ਕਵਰ ਕਰ ਸਕਦੇ, ਠੀਕ ਹੈ। ਅਤੇ ਉਸ ਤੋਂ ਬਾਅਦ ਕਹਿੰਦਾ ਵੀ ਉਸ ਤੋਂ ਬਾਅਦ ਅੱਗੇ ਕਿਹੜਾ ਲਾਇਆ, ਕਹਿੰਦਾ ਦੀ ਇਨ ਲਾਸਟ 4 ਈਅਰ ਫਰਾਂਸ ਦੀ ਹੀ ਗੱਲ ਕਰ ਰਿਹਾ। ਕਹਿੰਦਾ ਪ੍ਰਾਈਸ ਆਫ ਬਨਾਨਾ ਫੋਲੋਡ ਆ ਇਨਕਰੀਜ਼ਿੰਗ ਟਰੈਂਡ ਐਂਡ ਪ੍ਰਾਈਸ ਵਾਜ਼ 250 ਇਨ 2004। ਕਹਿੰਦਾ ਜਿਹੜੇ ਲਾਸਟ ਵਾਲੇ 4 ਸਾਲ ਸੀ ਉਹਨਾਂ ਵਿੱਚ ਬਨਾਨਾ ਦੇ ਪ੍ਰਾਈਸ ਨੇ ਕੀ ਫੋਲੋ ਕੀਤਾ, ਉਹਨਾਂ ਨੇ ਜੀ ਇਨਕਰੀਜ਼ਿੰਗ ਟਰੈਂਡ ਫੋਲੋ ਕੀਤਾ। ਆਹ ਦੇਖੋ ਲਾਸਟ ਵਾਲੇ 4 ਸਾਲ ਸੀ ਹੈ ਨਾ, ਤਾਂ ਥੱਲੇ ਦੇਖੋ ਵੀ ਲਾਸਟ ਵਾਲੇ 4 ਸਾਲ ਹੀ ਨੇ 2001 ਤੋਂ ਲੈ ਕੇ 2004 ਦੇ ਤੱਕ ਇਹਨਾਂ ਦੇ ਵਿੱਚ ਆਪਾਂ ਨੂੰ ਇਨਕਰੀਜ਼ਿੰਗ ਜਿਹੜਾ ਕਿ ਟਰੈਂਡ ਆ ਉਹ ਦੇਖਣ ਨੂੰ ਮਿਲਿਆ। ਅਤੇ ਲਾਸਟ ਈਅਰ ਦੇ ਵਿੱਚ ਪ੍ਰਾਈਸ ਕਿੰਨਾ ਸੀ, 250 ਡਾਲਰ ਸੀ ਲਾਸਟ ਈਅਰ ਦੇ ਵਿੱਚ ਤੁਹਾਡਾ ਪ੍ਰਾਈਸ। ਇਹ ਮਤਲਬ ਕਿ ਆਪਾਂ ਡਾਟਾ ਮੈਂਸ਼ਨ ਕਰਤਾ, ਕਿਹਦਾ ਮੈਂਸ਼ਨ ਕਰਤਾ, ਇਹ ਡਾਟਾ ਮੈਂਸ਼ਨ ਹੋ ਗਿਆ ਟੋਟਲੀ ਤੁਹਾਡਾ ਫਰਾਂਸ ਦਾ। ਹੁਣ ਫਰਾਂਸ ਦਾ ਆਪਾਂ ਜਿਹੜਾ ਕਿ ਡਾਟਾ ਮੈਂਸ਼ਨ ਕਰ ਚੁੱਕੇ ਹਾਂ, ਅਤੇ ਹੁਣ ਆਪਾਂ ਡਾਟਾ ਕਿਹਦਾ ਮੈਂਸ਼ਨ ਕਰਨਾ, ਹੁਣ ਆਪਾਂ ਉਹੋ ਜਿਹੀ ਕੰਟਰੀ ਦਾ ਡਾਟਾ ਮੈਂਸ਼ਨ ਕਰਾਂਗੇ ਜਿਹਦਾ ਬਹੁਤ ਹੀ ਘੱਟ ਲਾਈਨਾਂ ਦੇ ਵਿੱਚ ਡਾਟਾ ਮੈਂਸ਼ਨ ਹੋ ਜਾਵੇ, ਕਿਉਂਕਿ ਆਪਣੀ ਜੇ ਆਪਾਂ ਕਿਸੇ ਉਹ ਕੰਟਰੀ ਦਾ ਡਾਟਾ ਮੈਂਸ਼ਨ ਕਰਨ ਲੱਗ ਗਏ ਜਿਹਦੀ ਫਲਕਚੁਏਸ਼ਨ ਕਾਫੀ ਹੋਊਗੀ, ਫਿਰ ਆਪਣੇ ਆਹ BP ਦੀ ਲੈਂਥ ਬਹੁਤ ਜ਼ਿਆਦਾ ਵੱਧ ਜਾਊਗੀ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਲਾਸਟ ਕੰਟਰੀ ਆ ਉਹ ਕਿਹੜਾ ਗਾ, ਉਹ ਹੈਗਾ USA। ਅਤੇ USA ਦੇ ਵਿੱਚ ਆਪਾਂ ਡਾਟਾ ਬਹੁਤ ਈਜ਼ੀਲੀ ਜਿਹੜਾ ਕਿ ਸਾਂਝਾ ਕਰ ਮਤਲਬ ਕਿ ਸ਼ੋਅ ਕਰ ਸਕਦੇ ਹਾਂ, ਕਿਉਂਕਿ ਲਾਸਟ ਈਅਰ ਦੇ ਵਿੱਚ ਫਲਕਚੁਏਸ਼ਨ ਬਿਲਕੁਲ ਘੱਟ ਨੇ, ਆਲਮੋਸਟ ਆਈਡੈਂਟੀਕਲ ਜਿਹਾ ਪ੍ਰਾਈਸ ਆ। ਤਾਂ ਤੁਸੀਂ ਦੇਖੋ US ਦਾ ਡਾਟਾ ਮੈਂ ਕਿੱਦਾਂ ਮੈਂਸ਼ਨ ਕੀਤਾ, ਮੈਂ ਮੋਰਓਵਰ ਨਾਂ ਦਾ ਕਨੈਕਟਰ ਲਗਾਤਾ, ਮੈਂ ਕਿਹਾ ਮੋਰਓਵਰ। ਕਹਿੰਦਾ ਪ੍ਰਾਈਸ ਆਫ ਬਨਾਨਾਸ ਇਨ USA ਵਾਜ਼ 0.9 ਡਾਲਰ, ਕਹਿੰਦਾ ਵੀ ਆਲਮੋਸਟ ਕਿੰਨਾ ਸੀ 0.9 ਡਾਲਰ ਸੀ, ਵਿਚ ਇਨਕਰੀਜ਼ ਟੂ ਅਰਾਊਂਡ 1.30 ਡਾਲਰ ਇਨ 1995। 1995 ਵਿੱਚ ਮੈਂ ਕਿਹਾ ਵੀ ਉਹ 1.30 ਡਾਲਰ ਤੱਕ ਪਹੁੰਚ ਗਿਆ। ਐਂਡ ਦੈਨ ਪ੍ਰਾਈਸ ਵਾਜ਼ ਆਲਮੋਸਟ ਆਈਡੈਂਟੀਕਲ ਫਾਰ ਨੈਕਸਟ 8 ਈਅਰ। ਲਓ ਜੀ ਸਿੱਧੀ ਜਿਹੀ ਗੱਲ ਆਪਾਂ ਮੁਕਾਤੀ ਵੀ ਉਸ ਤੋਂ ਬਾਅਦ ਜਿਹੜੇ ਅਗਲੇ 8 ਸਾਲ ਸੀ ਉਹਨਾਂ ਵਿੱਚ ਜਿਹੜਾ ਪ੍ਰਾਈਸ ਆ ਉਹ ਆਲਮੋਸਟ ਆਈਡੈਂਟੀਕਲ ਰਿਹਾ। ਤਾਂ ਤੁਸੀਂ ਦੇਖੋ ਇੱਥੇ ਧਿਆਨ ਦੇ ਨਾਲ ਵੀ ਆਪਾਂ ਜੇ ਗੱਲ ਕਰੀਏ ਵੀ 1996 ਤੋਂ ਬਾਅਦ ਜਿਹੜੇ ਅਗਲੇ ਆਹ ਸਾਲ ਸੀ ਇਹਨਾਂ ਵਿੱਚ ਜਿਹੜਾ ਪ੍ਰਾਈਸ ਆ ਉਹ ਆਲਮੋਸਟ ਆਈਡੈਂਟੀਕਲ ਆ, ਵੀ ਬਹੁਤਾ ਵੱਡਾ ਡਿਫਰੈਂਸ ਨਹੀਂ ਹੈਗਾ ਨਾ। ਤਾਂ ਸਿਮਿਲਰ ਜਿਹਾ ਪ੍ਰਾਈਸ ਆਪਾਂ ਨੂੰ ਦੇਖਣ ਨੂੰ ਮਿਲਿਆ। ਤਾਂ ਇਸ ਤਰੀਕੇ ਨਾਲ ਆਪਾਂ ਜਾਪਾਨ ਦਾ ਡਾਟਾ ਮੈਂਸ਼ਨ ਕਰਤਾ, ਇੱਕ ਆਪਾਂ USA ਦਾ ਡਾਟਾ ਮੈਂਸ਼ਨ ਕਰਤਾ। ਅਤੇ ਆਪਣੇ ਕੋਲੇ ਰਹਿ ਕਿਹੜੀ ਕੰਟਰੀਜ਼ ਗਈ, ਆਪਣੇ ਕੋਲੇ 2 ਕੰਟਰੀਜ਼ ਰਹਿ ਗਈਆਂ, ਇੱਕ ਫਰਾਂਸ ਰਹਿ ਗਈ, ਇੱਕ ਆਪਣੇ ਕੋਲੇ ਜਰਮਨੀ ਰਹਿ ਗਈ। ਫਰਾਂਸ ਨੂੰ ਦੇਖਾਂਗੇ ਕਿੱਦਾਂ ਮੈਂਸ਼ਨ ਹੋਊਗਾ, ਅਤੇ ਉਸ ਤੋਂ ਬਾਅਦ ਜਰਮਨੀ ਨੂੰ ਦੇਖਾਂਗੇ ਵੀ ਆਪਾਂ ਕਿੱਦਾਂ ਮੈਂਸ਼ਨ ਕੀਤਾ। ਤਾਂ ਆਪਾਂ ਸੈਕੰਡ BP ਦੇ ਉੱਤੇ ਜਾਵਾਂਗੇ। ਫਰਦਰ ਮੋਰ ਦਾ ਕਨੈਕਟਰ ਲਗਾਇਆ ਅਤੇ ਟਾਈਮ ਪੀਰੀਅਡ ਤੋਂ ਲਾਈਨ ਮੈਂ ਸਟਾਰਟ ਕਰ ਚੁੱਕਿਆ। ਮੈਂ ਉਹਨਾਂ ਨੂੰ ਕਿਹਾ ਵੀ 1994 to 1997, ਕਹਿੰਦਾ ਵੀ ਆਪਾਂ ਜੇ ਇਹਨਾਂ ਸਾਲਾਂ ਦੀ ਗੱਲ ਕਰੀਏ ਉਹਨਾਂ ਦੀ ਪ੍ਰਾਈਸ ਆਫ ਬਨਾਨਾ ਵਾਜ਼ ਰਫਲੀ 1.7 ਡਾਲਰ ਇਨ ਫਰਾਂਸ। ਮੈਂ ਉਹਨਾਂ ਨੂੰ ਕਿਹਾ ਵੀ ਰਫਲੀ ਮਤਲਬ ਕਿ 1.7 ਡਾਲਰ ਦੇ ਆਸ-ਪਾਸ ਸੀ 1994 ਤੋਂ ਲੈ ਕੇ 1997 ਤੱਕ ਜਿਹੜਾ ਕਿ ਪ੍ਰਾਈਸ ਸੀ ਕੇਲਿਆਂ ਦਾ ਫਰਾਂਸ ਦੇ ਵਿੱਚ ਆਲਮੋਸਟ ਰਫਲੀ 1.7 ਡਾਲਰ ਦੇ ਆਸ-ਪਾਸ ਸੀ, ਥੋੜ੍ਹਾ ਮੋਟਾ ਉੱਪਰ ਨੀਚੇ ਹੋ ਸਕਦਾ। ਕਹਿੰਦਾ ਹਾਊਐਵਰ ਯਾਨੀ ਕਿ ਪਰ ਕਹਿੰਦਾ ਹਾਲਾਂਕਿ ਆਫਟਰ ਦੈਟ ਫਿਗਰ ਫਲਕਚੁਏਟਡ ਐਂਡ ਰੀਚਡ ਐਟ, ਕਹਿੰਦਾ ਉਸ ਤੋਂ ਬਾਅਦ ਫਿਗਰ ਨੇ ਫਲਕਚੁਏਸ਼ਨ ਦਿਖਾਈ, ਉੱਪਰ ਨਹੀਂ। ਫਲਕਚੁਏਸ਼ਨ ਕੀ ਹੁੰਦੀ ਆ ਵੀ ਐਂ ਜੇ ਹੋ ਗਿਆ, ਐਂ ਜਿਹਾ ਹੋ ਗਿਆ, ਠੀਕ ਹੈ, ਇਹਨੂੰ ਫਲਕਚੁਏਸ਼ਨ ਕਹਿ ਦਿੰਦੇ ਹੁੰਦੇ ਆ। ਫਲਕਚੁਏਸ਼ਨ ਹੋਈ ਕਹਿੰਦਾ ਵਿਚ ਰੀਚਡ ਐਟ 1.7 ਡਾਲਰ ਐਂਡ 1 ਡਾਲਰ ਇਨ 1999 ਐਂਡ 2003 ਵਾਜ਼ ਹਾਈਐਸਟ ਐਂਡ ਲੋਐਸਟ ਪ੍ਰਾਈਸ ਰਿਸਪੈਕਟਿਵਲੀ। ਗੱਲ ਦੇਖੋ ਕਿੰਨੀ ਸੋਹਣੀ ਤਰੀਕੇ ਨਾਲ ਵੇਰੀਏਸ਼ਨ ਇੱਥੇ ਲੱਗੀ ਹੋਈ ਆ, ਤੁਸੀਂ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਇੱਥੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮੈਂ ਇੰਨੀ ਗੱਲ ਦੱਸਤੀ ਵੀ ਜਿਹੜਾ ਕਿ ਤੁਹਾਡਾ ਪ੍ਰਾਈਸ ਸੀ ਵੀ 1993 ਤੋਂ ਲੈ ਕੇ 1997 ਤੱਕ 1.7 ਡਾਲਰ ਸੀ, ਸਮਝ ਗਏ। ਮੈਂ ਉਹਨਾਂ ਨੂੰ ਕਿਹਾ ਵੀ ਉਸ ਤੋਂ ਬਾਅਦ ਫਿਗਰ ਫਲਕਚੁਏਸ਼ਨ ਹੋਈ ਆ, ਅਤੇ ਉਹ ਫਲਕਚੁਏਸ਼ਨ ਦੇ ਵਿੱਚ ਫਿਗਰ ਨੇ ਇੱਕ ਪੁਆਇੰਟ ਰੀਚ ਕੀਤਾ, ਇੱਕ ਉਹ ਹੈਗਾ 1.7 ਡਾਲਰ ਵਾਲਾ, ਅਤੇ ਇੱਕ ਹੋਰ ਰੀਚ ਕੀਤਾ ਉਹ ਹੈਗਾ ਗਾ 1 ਡਾਲਰ ਵਾਲਾ। ਅਤੇ ਇਹ ਕਦੋਂ ਰੀਚ ਕੀਤਾ 1999 ਵਿੱਚ, ਜਿਹੜਾ ਆਹ ਪਹਿਲਾ ਸੀ 1999 ਵਿੱਚ, ਅਤੇ 2003 ਦੇ ਵਿੱਚ। ਇਹ ਆਪਾਂ ਨੂੰ ਕਿਵੇਂ ਪਤਾ ਲੱਗਿਆ, ਕਿਉਂਕਿ ਪਿੱਛੇ ਆਪਾਂ ਰਿਸਪੈਕਟਿਵਲੀ ਵਾਲੀ ਵੇਰੀਏਸ਼ਨ ਲਾਈ ਹੋਈ ਹੈ ਨਾ। ਕਹਿੰਦਾ ਫਿਰ ਉਹਨਾਂ ਨੂੰ ਮੈਂ ਦੱਸਤਾ ਵੀ ਦੈਟ ਵਾਜ਼ ਹਾਈਐਸਟ ਦਾ ਮਤਲਬ ਕੀ ਹੈ ਵੀ ਜਿਹੜਾ ਪਹਿਲਾ ਗਾ ਉਹ ਹਾਈਐਸਟ ਸੀ ਅਤੇ ਜਿਹੜਾ ਪਿਛਲਾ ਉਹ ਲੋਐਸਟ ਸੀ। ਇਹ ਆਪਾਂ ਨੂੰ ਕਿਵੇਂ ਪਤਾ ਲੱਗਿਆ, ਕਿਉਂਕਿ ਰਿਸਪੈਕਟਿਵਲੀ ਵਾਲੀ ਵੇਰੀਏਸ਼ਨ ਆ, ਜਾਣੀ ਕਿ ਸੀਰੀਜ਼ ਦੇ ਵਿੱਚ ਡਾਟਾ ਆਪਾਂ ਸ਼ੋਅ ਕੀਤਾ ਗਿਆ ਹੈ ਨਾ, ਵੀ ਜਿਹੜਾ ਕਿ ਪਹਿਲਾ ਪਹਿਲੇ ਵਾਲੇ ਦਾ, ਦੂਜਾ ਦੂਜੇ ਵਾਲੇ ਦਾ। ਹੁਣ ਮੈਂ ਜਾ ਕੇ ਤੁਹਾਨੂੰ ਦਿਖਾ ਵੀ ਦੇਣਾ ਵੀ ਇਹ ਡਾਟਾ ਆਪਾਂ ਕਿੰਨੇ ਜਿਹੜੇ ਕਿ ਵਧੀਆ ਜਿਹੇ ਤਰੀਕੇ ਨਾਲ ਇੱਕ ਲਾਈਨ ਦੇ ਵਿੱਚ ਆਪਾਂ ਡਾਟਾ ਕਵਰ ਕਰਤਾ। ਜਿਵੇਂ ਕਿ ਆਪਾਂ ਫਰਾਂਸ ਦੀ ਗੱਲ ਕਰ ਰਹੇ ਸੀ, ਫਰਾਂਸ ਮੈਂ ਕਹਿ ਸਕਦੇ ਹਾਂ ਵੀ ਆਲਮੋਸਟ ਤੁਸੀਂ ਦੇਖ ਸਕਦੇ ਹੋ
$1.70 है ना। उस तो फिगर ने दिखाई ਫਲਕਚੁਏਸ਼ਨ ਹੋਈਆਂ ਨੇ, ਉੱਪਰ ਨੀਚੇ ਡਾਟਾ ਹੋਇਆ ਜਿਗ ਜੈਗ ਮੋਸ਼ਨ, ਤੇ ਆਪਾਂ ਤੋਂ ਸਭ ਤੋਂ ਲੋਐਸਟ ਕਿਹੜਾ ਸੀ, ਆ ਸੀ ਹੈ ਨਾ, ਸਭ ਤੋਂ ਹਾਈਐਸਟ ਕਿਹੜਾ ਸੀ, ਆ ਸੀ। ਤਾਂ ਤੁਸੀਂ ਸਿੱਧਾ ਤਰੀਕੇ ਨਾਲ ਤੁਹਾਨੂੰ ਦੱਸਤਾ ਵੀ ਆ ਹਾਈਐਸਟ ਸੀ, ਆ ਲੋਐਸਟ ਸੀ ਹੈ ਨਾ। ਇਹ ਚੀਜ਼ ਹੋ ਜਾਂਦੀ ਹੁੰਦੀ ਹੈ ਤੁਹਾਡੀ ਲਾਈਨ ਦੇ ਵਿੱਚ, ਤੁਸੀਂ ਹੈ ਨਾ ਸਭ ਤੋਂ ਲੋਐਸਟ ਦੱਸ ਸਕਦੇ ਹੋ, ਸਭ ਤੋਂ ਹਾਈਐਸਟ ਜਿਹੜਾ ਕਿ ਰੇਟ ਦੱਸ ਸਕਦੇ ਹੋ, ਅਤੇ ਇਸ ਤਰੀਕੇ ਨਾਲ ਤੁਹਾਡਾ ਡਾਟਾ ਕਵਰ ਹੋ ਜਾਂਦਾ ਹੁੰਦਾ। ਤਾਂ ਇਹ ਇੱਕ ਲਾਈਨ ਦੇ ਵਿੱਚ ਆਪਾਂ ਡਾਟਾ ਕਵਰ ਕਰਤਾ ਤੁਹਾਡੀ ਕਿਹੜੀ ਕੰਟਰੀ ਦਾ, ਫਰਾਂਸ ਦਾ ਹੈ ਨਾ। ਅਤੇ ਹੁਣ ਆਪਾਂ ਡਾਟਾ ਕਿਹਦਾ ਮੈਂਸ਼ਨ ਕਰਨਾ, ਹੁਣ ਆਪਾਂ ਡਾਟਾ ਰਹਿ ਗਿਆ ਜੀ ਜਰਮਨੀ ਦਾ ਮੈਂਸ਼ਨ ਕਰਨਾ ਰਹਿ ਗਿਆ। ਤਾਂ ਹੁਣ ਦੇਖ ਲੈਂਦੇ ਹਾਂ ਵੀ ਜਰਮਨੀ ਨੂੰ ਆਪਾਂ ਕਿੱਦਾਂ ਨੇਪਰੇ ਚਾੜਿਆ। ਫੋਲੋਇੰਗ ਦਿਸ ਨਾਂ ਦਾ ਕਨੈਕਟਰ ਮੈਂ ਲਾਇਆ, ਅਤੇ ਜਰਮਨੀ, ਲਓ ਜੀ ਕੰਟਰੀ ਦੇ ਨਾਮ ਤੋਂ ਲਾਈਨ ਸਟਾਰਟ ਕਰਤੀ, ਕੰਟਰੀ ਦੇ ਨਾਮ ਤੋਂ ਆਪਾਂ ਕੋਈ ਲਾਈਨ ਨਹੀਂ ਸਟਾਰਟ ਕੀਤੀ ਸੀ, ਅਤੇ ਨਿਊ ਚੀਜ਼ ਆ ਗਈ ਨਾ ਵੀ ਕੰਟਰੀ ਦੇ ਨੇਮ ਤੋਂ ਆਪਾਂ ਲਾਈਨ ਸਟਾਰਟ ਕਰ ਚੁੱਕੇ ਹਾਂ। ਕਹਿੰਦਾ ਪ੍ਰਾਈਸ ਆਫ ਬਨਾਨਾਜ਼ ਫੋਲੋਡ ਆ ਜਿਗ ਜੈਗ ਮੋਸ਼ਨ, ਲਓ ਜੀ ਜਿਗ ਜੈਗ ਮੋਸ਼ਨ ਵੀ ਉਹੀ ਚੀਜ਼ ਹੋ ਗਈ, ਫਲਕਚੁਏਸ਼ਨ ਹੋ ਗਈਆਂ, ਜਿਗ ਜੈਗ ਮੋਸ਼ਨ ਵੀ ਉੱਪਰ ਨੂੰ ਨੀਚੇ ਨੂੰ, ਇਹਨੂੰ ਵੀ ਜਿਗ ਜੈਗ ਮੋਸ਼ਨ ਹੀ ਕਹਿੰਦੇ ਹੁੰਦੇ ਆ। ਵੀ ਜਿਗ ਜੈਗ ਮੋਸ਼ਨ ਟਰੈਂਡ ਜਿਹੜਾ ਕਿ 1994 ਤੋਂ ਲੈ ਕੇ 2002 ਤੱਕ ਫੋਲੋ ਕੀਤਾ ਗਿਆ, ਯਾਨੀ ਕਿ ਪਹਿਲੇ 8 ਸਾਲ ਉਹਨਾਂ ਨੇ ਜਿਗ ਜੈਗ ਮੋਸ਼ਨ ਜਿਹੜਾ ਕਿ ਫੋਲੋ ਕੀਤਾ। ਵਾਇਲਸਟ ਕੀ ਹੁੰਦਾ, ਜਦ ਕੀ, ਕਹਿੰਦਾ ਦੇਰ ਵਾਜ਼ ਆ ਨੋ ਡਿਫਰੈਂਸ ਬਿਟਵੀਨ ਦਾ ਪ੍ਰਾਈਸ ਇਨ ਲਾਸਟ 3 ਈਅਰਸ, ਲਓ ਜੀ ਕਹਿੰਦਾ ਲਾਸਟ ਜਿਹੜੇ 3 ਸਾਲ ਸੀ ਉਹਨਾਂ ਦੇ ਵਿੱਚ ਪ੍ਰਾਈਸ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਦੇਖਣ ਨੂੰ ਮਿਲਿਆ। ਤਾਂ ਮੈਂ ਤੁਹਾਨੂੰ ਆਹ ਚੀਜ਼ ਆ ਕੇ ਦਿਖਾਊਂਗਾ ਵੀ ਜਿਵੇਂ ਕਿ ਆਪਾਂ ਜਰਮਨੀ ਦੀ ਗੱਲ ਕਰ ਰਹੇ ਸੀ, ਜਰਮਨੀ ਦੇ ਵਿੱਚ ਜਿਹੜਾ ਕਿ ਕੀ ਕਿਹਾ ਵੀ ਆਪਾਂ ਜਰਮਨੀ ਦੇ ਵਿੱਚ ਜਿਹੜਾ ਕਿ ਪ੍ਰਾਈਸ ਨੇ ਜਿਹੜਾ ਕਿ ਜਿਗ ਜੈਗ ਮੋਸ਼ਨ ਆ ਉਹ ਫੋਲੋ ਕੀਤਾ। ਆਹ ਤੁਸੀਂ ਦੇਖੋ ਇੱਥੇ ਤੱਕ ਜਿਗ ਜੈਗ ਮੋਸ਼ਨ ਫੋਲੋ ਹੋਇਆ, ਅਤੇ ਲਾਸਟ ਵਾਲੇ 3 ਸਾਲਾਂ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੈਗਾ ਪ੍ਰਾਈਸ ਦੇ ਵਿੱਚ, ਹੈਗਾ ਮਾੜਾ ਬਹੁਤ ਹੀ ਘੱਟ ਨਾ ਮਾਤਰ ਜਿਹਾ ਡਿਫਰੈਂਸ, ਆਲਮੋਸਟ ਸਿਮੀਲਰ ਹੀ ਹੈ ਨਾ। ਤਾਂ ਦੇਖੋ ਵੀ ਅੱਜ ਆਪਾਂ ਜਿਹੜੀਆਂ ਵੇਰੀਏਸ਼ਨਾਂ ਨੇ ਬਹੁਤ ਵਧੀਆ ਲਾਈਆਂ ਨੇ, ਇੱਕ ਵੇਰੀਏਸ਼ਨ ਦੇ ਵਿੱਚ ਆਪਾਂ ਕਿੰਨੀ ਲਾਈਨ ਕਵਰ ਕਰਤੀ ਹੈ ਨਾ। ਤਾਂ ਇਸ ਤਰੀਕੇ ਨਾਲ ਤੁਸੀਂ ਜਿਹੜਾ ਕਿ ਡਾਟਾ ਉਹ ਮੈਂਸ਼ਨ ਕਰ ਸਕਦੇ ਹੋ। ਅਤੇ ਇਹ ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਜਿਹੜਾ ਟਾਸਕ ਆ ਤੁਹਾਨੂੰ ਦੋਨੇ ਹੀ ਸੈਂਪਲ ਆਨਸਰ ਮੈਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਕਿ ਸੈਂਡ ਵੀ ਕਰ ਸਕਾਂ ਹੈ ਨਾ। ਵੈਸੇ ਤੁਸੀਂ ਕਲਾਸ ਦੇਖਣ ਤੋਂ ਬਾਅਦ ਇੱਕ ਵਾਰੀ ਮੈਥੋਂ ਮੈਸੇਜ ਕਰਕੇ ਮੈਥੋਂ ਮੰਗ ਲਿਓ, ਕਿਉਂਕਿ ਇਹ ਵੇਰੀਏਸ਼ਨਾਂ ਸਿੱਖਣ ਵਾਲੀਆਂ ਵੇਰੀਏਸ਼ਨਾਂ ਨੇ, ਕਿਉਂਕਿ ਇਹ ਟਾਸਕ ਬਸ ਮੇਰੇ ਉਹੀ ਹੱਥ 'ਚ ਲੱਗ ਗਿਆ ਅੱਜ, ਅਤੇ ਹੁਣ ਪੜ੍ਹ ਕੇ ਦੇਖਿਆ ਵੀ ਬਹੁਤ ਸੋਹਣਾ ਟਾਸਕ ਲਿਖਿਆ ਹੋਇਆ। ਤਾਂ ਇਸ ਤਰੀਕੇ ਨਾਲ ਤੁਸੀਂ ਲਾਈਨ ਦੇ ਵਿੱਚ ਵੇਰੀਏਸ਼ਨਾਂ ਨੂੰ ਸ਼ੋ ਕਰ ਸਕਦੇ ਹੋ ਹੈ ਨਾ। ਹੁਣ ਮੇਰੇ ਕੋਲ ਟਾਸਕ 2 ਕੀ ਆ, ਮੇਰੀ ਵੋਇਸ ਤੁਹਾਨੂੰ ਥੋੜ੍ਹੀ ਜਿਹੀ ਜ਼ਿਆਦਾ ਕਹਿ ਸਕਦਾ ਵੀ ਕੌਨਫੀਡੈਂਸ ਜਾਂ ਨਹੀਂ ਦਿਖਾਈ ਦੇ ਰਿਹਾ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਹਾਲਾਤ ਆਪਣੇ ਕੀ ਹੋਏ ਹੋਏ ਨੇ। ਟਾਸਕ 2 ਆਪਣਾ ਕੀ ਆ, ਜਦੋਂ ਮੈਂ ਚਲੋ ਕੋਈ ਨਹੀਂ। ਸਮ ਬਲੀਵ ਦੈਟ ਵੀ ਸ਼ੁੱਡ ਇਨਵੈਂਟ ਅ ਨਿਊ ਲੈਂਗੁਏਜ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ ਡੂ ਦਾ ਐਡਵਾਂਟੇਜ ਆਫ ਦਿਸ ਆਊਟਵੇ ਡਿਸਐਡਵਾਂਟੇਜ। ਇਹ ਟਾਈਪ ਕਿਹੜੀ ਆ ਗਈ, ਇਹ ਐਡਵਾਂਟੇਜ ਅਤੇ ਆਊਟਵੇ ਡਿਸਐਡਵਾਂਟੇਜ ਵਾਲੀ ਹੈ, ਯਾਨੀ ਕਿ ਇਹ ਪੁੱਛਿਆ ਗਿਆ ਵੀ ਐਡਵਾਂਟੇਜ ਜ਼ਿਆਦਾ ਨੇ ਜਾਂ ਫਿਰ ਡਿਸਐਡਵਾਂਟੇਜ ਜ਼ਿਆਦਾ ਨੇ। ਹੁਣ ਜੇ ਆਪਾਂ ਟਾਸਕ 2 ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਟਾਸਕ 2 ਆਪਾਂ ਤੋਂ ਪੁੱਛ ਕੀ ਰਿਹਾ, ਉਹ ਕਹਿੰਦਾ ਵੀ ਜਿਹੜੀ ਇੰਟਰਨੈਸ਼ਨਲ ਕਮਿਊਨੀਕੇਸ਼ਨ ਆ ਉਹਦੇ ਲਈ ਆਪਾਂ ਹੁਣ ਮੇਨ ਲੈਂਗੁਏਜ ਆਪਣੀ ਕਿਹੜੀ ਹੈ, ਵੀ ਜਿਹਦੇ ਨਾਲ ਆਪਾਂ ਹੁਣ ਮੱਥਾ ਮਾਰ ਰਹੇ ਹਾਂ, ਇਹ ਇੰਗਲਿਸ਼ ਲੈਂਗੁਏਜ ਮੇਨ ਆ ਹੈ ਨਾ ਇੰਟਰਨੈਸ਼ਨਲ ਕਮਿਊਨੀਕੇਸ਼ਨ ਦੇ ਲਈ। ਇਹ ਲੈਂਗੁਏਜ ਆਪਾਂ ਨੂੰ ਆਉਣੀ ਚਾਹੀਦੀ ਆ। ਉਹ ਕਹਿੰਦਾ ਵੀ ਇੱਕ ਵਧੀਆ ਲੈਂਗੁਏਜ ਆਪਾਂ ਨਿਊ ਲੈਂਗੁਏਜ ਇਨਵੈਂਟ ਕਰ ਲਈਏ ਹੈ ਨਾ, ਵੀ ਨਿਊ ਲੈਂਗੁਏਜ ਨੂੰ ਲੈ ਆਈਏ ਇੰਟਰਨੈਸ਼ਨਲ ਕਮਿਊਨੀਕੇਸ਼ਨ ਕਰਨ ਦੇ ਲਈ, ਵੀ ਇਹ ਚੀਜ਼ ਕਿੰਨੀ ਵਧੀਆ ਹੋਊਗੀ, ਇਹਦੇ ਉੱਤੇ ਉਹ ਟਾਸਕ ਆ। ਹੁਣ ਇਹ ਤੁਹਾਡੇ ਉੱਤੇ ਆ ਵੀ ਤੁਸੀਂ ਕੀ ਕਹਿੰਦੇ ਹੋ ਵੀ ਐਡਵਾਂਟੇਜ ਜ਼ਿਆਦਾ ਨੇ ਜਾਂ ਫਿਰ ਡਿਸਐਡਵਾਂਟੇਜ ਜ਼ਿਆਦਾ ਨੇ ਹੈ ਨਾ। ਹੁਣ ਇਹ ਤੁਹਾਡੇ ਉੱਤੇ ਆ ਵੀ ਤੁਸੀਂ ਕੀ ਕਹਿੰਦੇ ਹੋ ਵੀ ਇਹਦੀਆਂ ਐਡਵਾਂਟੇਜ ਜ਼ਿਆਦਾ ਨੇ ਜਾਂ ਫਿਰ ਡਿਸਐਡਵਾਂਟੇਜ ਜ਼ਿਆਦਾ ਨੇ ਹੈ ਨਾ। ਤਾਂ ਜਿਵੇਂ ਕਿ ਆਪਾਂ ਜੇ ਕਹਿ ਦਈਏ ਵੀ ਇਹਦੀਆਂ ਡਿਸਐਡਵਾਂਟੇਜ ਆਪਣੇ ਕੋਲ ਜ਼ਿਆਦਾ ਨੇ, ਤਾਂ ਸਭ ਤੋਂ ਪਹਿਲਾਂ ਐਡਵਾਂਟੇਜ ਇਹਦੀਆਂ ਕੀ ਹੋ ਸਕਦੀਆਂ ਨੇ। ਐਡਵਾਂਟੇਜ ਇਹਦੀ ਪਹਿਲੀ ਐਡਵਾਂਟੇਜ ਕੀ ਹੋ ਸਕਦੀ ਹੈ, ਜੇ ਤੁਸੀਂ ਧਿਆਨ ਨਾਲ ਸੋਚੋ, ਪਹਿਲੀ ਐਡਵਾਂਟੇਜ ਤਾਂ ਇਹਦੀ ਇਹ ਹੋ ਸਕਦੀ ਹੈ ਵੀ ਜਿਹੜੀ ਨਵੀਂ ਲੈਂਗੁਏਜ ਆਪਾਂ ਇਨਵੈਂਟ ਕਰਾਂਗੇ ਉਹਦੇ ਜਿਹੜੇ ਬੇਸਿਕ ਨੇ ਆਪਾਂ ਸਿੰਪਲ ਰੱਖ ਲਾਂਗੇ ਨਾ, ਤਾਂ ਉਹ ਲੈਂਗੁਏਜ ਆਪਣੇ ਲਈ ਸੌਖੀ ਹੋ ਸਕਦੀ ਆ। ਆਪਾਂ ਨੂੰ ਐਗਜ਼ਾਮਪਲ ਦੇ ਕੇ ਸਮਝਾ ਸਕਦੇ ਹਾਂਗੇ ਵੀ ਹੈ ਨਾ, ਜਿਹੜਾ ਕਿ ਆਪਣਾ ਉਹ ਹੈਗਾ ਜਿਹੜੀ ਇੰਗਲਿਸ਼ ਲੈਂਗੁਏਜ ਆ ਉਹਦੇ ਜਿਹੜੇ ਉਹਦੇ ਵਿੱਚ ਕੁਝ ਕੰਪਲੈਕਸ ਚੀਜ਼ਾਂ ਨੇ ਹੈ ਨਾ, ਵੀ ਜਿਹੜੀਆਂ ਸਾਰਿਆਂ ਨੂੰ ਸਮਝ ਨਹੀਂ ਆਉਂਦੀਆਂ। ਹੁਣ ਜੇ ਆਪਾਂ ਵੀ ਆਪਾਂ ਜੇ ਕੋਈ ਨਿਊ ਲੈਂਗੁਏਜ ਇਨਵੈਂਟ ਕਰਾਂਗੇ ਵੀ ਉਹਨੂੰ ਆਪਾਂ ਸਿੰਪਲ ਬਣਾਵਾਂਗੇ ਹੈ ਨਾ, ਵੀ ਜੇ ਸਿੰਪਲ ਬਣਾਵਾਂਗੇ ਫਿਰ ਤਾਂ ਹੀ ਫਾਇਦਾ ਉਹਦਾ, ਵੀ ਜੇ ਉਹੀ ਔਖੀ ਹੋਗੀ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ। ਵੀ ਆਪਾਂ ਪਹਿਲੀ ਗੱਲ ਵੀ ਆਪਾਂ ਉਹਨੂੰ ਸਿੰਪਲ ਰੱਖਾਂਗੇ ਹੈ ਨਾ, ਤਾਂ ਸਿੰਪਲ ਰੱਖਣ ਨਾਲ ਕੀ ਹੋ ਜਾਊਗਾ ਵੀ ਸਾਰੇ ਬੰਦੇ ਉਹ ਜਿਹੜੀ ਕਿ ਲੈਂਗੁਏਜ ਆ ਉਹ ਬੋਲ ਸਕਣਗੇ ਅਤੇ ਕੰਮ ਸੌਖਾ ਹੋ ਜਾਊਗਾ ਨਾ। ਅਤੇ ਇਹ ਹੋ ਗਿਆ ਆਪਣਾ ਪਹਿਲਾ ਪੁਆਇੰਟ। ਦੂਜਾ ਪੁਆਇੰਟ ਕੀ ਹੋ ਜਾਊਗਾ ਵੀ ਜਿਹੜੀਆਂ ਜੋਬ ਆਪਸ਼ਨ ਨੇ ਉਹ ਵੱਧ ਜਾਣਗੀਆਂ ਲੋਕਾਂ ਦੇ ਕੋਲ, ਕਿਉਂਕਿ ਵੀ ਆਪਾਂ ਕਹਿ ਸਕਦੇ ਹਾਂ ਵੀ ਹਰ ਇੱਕ ਜਿਹੜੀ ਕੰਟਰੀ ਆ, ਹਰ ਇੱਕ ਕੰਟਰੀ ਦੀਆਂ ਵੱਡੀਆਂ ਕੰਪਨੀਜ਼ ਨੇ ਉਹ ਪ੍ਰੈਫਰੈਂਸ ਕਿਹਨੂੰ ਦਿੰਦੇ ਆ, ਇੰਗਲਿਸ਼ ਸਪੀਕਰ ਨੂੰ ਹੈ ਨਾ, ਜਿਨ੍ਹਾਂ ਕੋਲ ਇੰਗਲਿਸ਼ ਲੈਂਗੁਏਜ ਦੀ ਪ੍ਰੋਪਰ ਇਨਫੋਰਮੇਸ਼ਨ ਆ, ਪ੍ਰੋਪਰ ਨੌਲੇਜ ਆ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਆ। ਹੁਣ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਆਪਾਂ ਜਿਹੜੀ ਨਿਊ ਲੈਂਗੁਏਜ ਇਨਵੈਂਟ ਕਰਾਂਗੇ, ਹੁਣ ਜਦੋਂ ਨਿਊ ਲੈਂਗੁਏਜ ਇਨਵੈਂਟ ਕਰਤੀ ਪਹਿਲੀ ਗੱਲ ਉਹ ਈਜ਼ੀ ਹੋਊਗੀ, ਜਦੋਂ ਈਜ਼ੀ ਹੋਊਗੀ ਤਾਂ ਸਾਰੇ ਉਹਨੂੰ ਸਿੱਖ ਸਕਣਗੇ ਨਾ, ਜਦੋਂ ਸਾਰੇ ਉਹ ਸਿੱਖ ਗਏ ਉਹਨੂੰ ਤਾਂ ਫਿਰ ਜੋਬ ਲੈਣੀ ਵੀ ਸੌਖੀ ਹੋ ਜੂ ਨਾ। ਜੋਬ ਦੇ ਲਈ ਕੋਈ ਜਿਹੜੀ ਐਲੀਜੀਬਿਲਟੀ ਆ ਇੰਗਲਿਸ਼ ਦੀ ਉਹ ਖਤਮ ਹੋ ਜੂ, ਜਿਹੜੀ ਨਿਊ ਲੈਂਗੁਏਜ ਆ ਉਹ ਸਾਰਿਆਂ ਨੂੰ ਆਊਗੀ ਹੈ ਨਾ। ਤਾਂ ਇਹਦੇ ਨਾਲ ਜਿਹੜਾ ਕਿ ਜੋਬ ਲੈਣ ਦੇ ਵਿੱਚ ਵੀ ਬੈਨੀਫਿਟ ਕ੍ਰੀਏਟ ਹੋ ਜੂ। ਤਾਂ ਉਸ ਤੋਂ ਜੇ ਗੱਲ ਕਰੀਏ ਇਹਦੀ ਡਿਸਐਡਵਾਂਟੇਜ ਕੀ ਹੋ ਸਕਦੀ ਹੈ। ਡਿਸਐਡਵਾਂਟੇਜ ਐਂ ਵੀ ਇੱਕ ਤਾਂ ਮਨੀ ਲੋਸ ਹੋਊਗੀ ਨਾ, ਵੀ ਕਿੱਥੇ ਸਾਰਾ ਕੁਝ ਚੇਂਜ ਕਰਨਾ ਪੈਣਾ ਇਹਨਾਂ ਨੂੰ ਇੰਟਰਨੈਸ਼ਨਲ ਕਮਿਊਨੀਕੇਸ਼ਨ ਦੇ ਲਈ। ਸਭ ਤੋਂ ਪਹਿਲਾਂ ਤਾਂ ਮਨੀ ਲੋਸਟ ਹੋ ਗਈ, ਮਤਲਬ ਕਿ ਕਾਫੀ ਖਰਚਾ ਆ ਜਾਊਗਾ।
ਉਸ ਤੋਂ ਬਾਅਦ ਇਹਦਾ ਇੱਕ ਨੈਗੇਟਿਵ ਇੰਪੈਕਟ ਹੋਰ ਕੀ ਪਊਗਾ, ਉਹਨਾਂ ਲੈਂਗੁਏਜ ਦੇ ਉੱਤੇ ਪਊਗਾ ਲੈਸ ਸਪੋਕਨ ਲੈਂਗੁਏਜ, ਯਾਨੀ ਕਿ ਉਹ ਲੈਂਗੁਏਜਸ ਜਿਹੜੀਆਂ ਘੱਟ ਬੋਲੀਆਂ ਜਾਂਦੀਆਂ ਨੇ ਹੈ ਨਾ, ਜਿਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ, ਵੀ ਉਹ ਲੈਂਗੁਏਜ ਦੇ ਉੱਤੇ ਖਤਰਾ ਆ ਜਾਊਗਾ, ਉਹ ਬਿਲਕੁਲ ਹੀ ਖਤਮ ਹੋ ਜਾਣਗੀਆਂ ਹੈ ਨਾ, ਤਾਂ ਉਹਨਾਂ ਦੇ ਉੱਤੇ ਉਹ ਬਿਲਕੁਲ ਹੀ ਡਿਸਅਪੇਅਰ ਹੋ ਜਾਣਗੀਆਂ। ਤਾਂ ਉਹ ਲੈਂਗੁਏਜ ਜਦੋਂ ਖਤਮ ਹੋ ਗਈ ਤਾਂ ਫਿਰ ਉਹਨਾਂ ਦੇ ਜਿਹੜੇ ਬੋਲਣ ਵਾਲੇ ਨੇ, ਕਿਉਂਕਿ ਹੁਣ ਆਪਾਂ ਦੱਸਾਂਗੇ ਵੀ ਖਤਮ ਕਿਉਂ ਹੋਊਗੀ, ਕਿਉਂਕਿ ਨਾ ਵੀ ਜਦੋਂ ਨਿਊ ਲੈਂਗੁਏਜ ਆ ਗਈ ਇੰਟਰਨੈਸ਼ਨਲ ਤਾਂ ਉਹ ਸੌਖੀ ਹੋਊਗੀ, ਤਾਂ ਸਾਰੇ ਉਹਨੂੰ ਸਿੱਖ ਲੈਣਗੇ ਹੈ ਨਾ। ਤਾਂ ਜਦੋਂ ਸਾਰੇ ਸਿੱਖ ਲੈਣਗੇ ਫਿਰ ਉਹਦੇ ਨਾਲ ਕੀ ਹੋਊਗਾ, ਜਿਹੜੇ ਆਪਦੀ ਮਦਰ ਟੰਗ ਆ, ਉਹਨਾਂ ਦੀ ਨੇਟਿਵ ਲੈਂਗੁਏਜ ਆ, ਉਹਨੂੰ ਉਹ ਘੱਟ ਬੋਲਣਗੇ, ਅਤੇ ਜਿਹੜੀ ਇੰਟਰਨੈਸ਼ਨਲ ਆ ਗਈ ਆਪਾਂ ਨਵੀਂ ਬਣਾਵਾਂਗੇ ਉਹਨੂੰ ਜ਼ਿਆਦਾ ਬੋਲਣਗੇ। ਇਹ ਹੋ ਗਈ ਆਪਣੀ ਇੱਕ ਹੋਰ ਡਿਸਐਡਵਾਂਟੇਜ। ਜੇ ਇੱਕ ਹੋਰ ਦੀ ਗੱਲ ਕਰਾਂ ਵੀ ਆਪਾਂ ਕਹਿ ਦਾਂਗੇ ਵੀ ਸੀਨੀਅਰ ਸਿਟੀਜ਼ਨ ਨੇ ਜਿਹੜੇ, ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ ਨਾ, ਕਿਉਂਕਿ ਜਿਹੜਾ ਕਿ ਉਹਨਾਂ ਦੀ ਪਾਵਰ ਹੁੰਦੀ ਆ ਅਡੈਪਟੇਸ਼ਨ ਪਾਵਰ ਆਪਣੇ ਬੱਚਿਆਂ ਦੀ ਅਤੇ ਯੰਗ ਪੀਪਲ ਦੀ, ਉਹ ਤਾਂ ਤੇਜ਼ ਹੁੰਦੀ ਆ, ਉਹ ਤਾਂ ਸਿੱਖ ਲੈਂਦੇ ਨੇ ਨਾ ਹਰ ਕੋਈ ਨਵੀਂ ਚੀਜ਼। ਪਰ ਜਿਹੜੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਉਹਨਾਂ ਦੀ ਮੈਂਟਲ ਪਾਵਰ ਦੇ ਉੱਤੇ ਏਜ ਇਫੈਕਟ ਕਰਦੀ ਆ ਨਾ, ਉਹਨਾਂ ਦੇ ਲਈ ਨਵੀਂ ਚੀਜ਼ ਸਿੱਖਣੀ ਬਹੁਤ ਔਖੀ ਹੁੰਦੀ ਆ, ਚੇਂਜ ਦੇ ਲਈ ਉਹ ਕੈਪੇਬਲ ਨਹੀਂ ਹੁੰਦੇ ਨਾ, ਵੀ ਚੇਂਜ ਨੂੰ ਅਸੈਪਟ ਕਰਨਾ ਉਹਨਾਂ ਦੇ ਲਈ ਕਾਫੀ ਜਿਹੜਾ ਕਿ ਡਿਫੀਕਲਟ ਹੁੰਦਾ। ਤਾਂ ਆਹੀ ਚੀਜ਼ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਨਿਊ ਲੈਂਗੁਏਜ ਦੇ ਵਿੱਚ ਸਿੱਖਣ ਨੂੰ ਵੀ ਆਊਗੀ ਨਾ, ਵੀ ਕਿੱਥੇ ਤਾਂ ਉਹ ਆਪਦੇ ਲਾਸਟ ਸਟੇਜ ਦੇ ਉੱਤੇ ਨੇ ਆਪਣੇ ਜੀਵਨ ਦੇ ਹੈ ਨਾ, ਅਤੇ ਉੱਥੇ ਉਹਨਾਂ ਨੂੰ ਇੱਕ ਨਿਊ ਲੈਂਗੁਏਜ ਸਿੱਖਣੀ ਪਊ, ਅਤੇ ਫਿਰ ਉਹ ਚੀਜ਼ ਉਹਨਾਂ ਨੂੰ ਪ੍ਰੋਬਲਮ ਵੀ ਕ੍ਰੀਏਟ ਕਰੂਗੀ ਹੈ ਨਾ, ਵੀ ਜਦੋਂ ਟਰੂਵਲ ਕਰਨਗੇ ਤਾਂ ਮਤਲਬ ਕਿ ਉਹਨਾਂ ਲਈ ਆਪਾਂ ਕਹਿ ਸਕਦੇ ਵੀ ਪ੍ਰੋਬਲਮ ਆ ਜਾਊਗੀ ਹੈ ਨਾ, ਵੀ ਕਿੱਥੇ ਤਾਂ ਉਹਨਾਂ ਨੇ ਆਹ ਉਮਰ ਦੇ ਵਿੱਚ ਆਰਾਮ ਕਰਨਾ ਸੀ, ਅਤੇ ਕਿੱਥੇ ਤੁਸੀਂ ਉਹਨਾਂ ਨੂੰ ਆਹ ਉਮਰ ਦੇ ਵਿੱਚ ਲੈਂਗੁਏਜ ਸਿਖਾਉਂਦੇ ਫਿਰੋਗੇ ਹੈ ਨਾ। ਤਾਂ ਇਹ ਪ੍ਰੋਬਲਮ ਜਿਹੜੀ ਕਿ ਡਿਸਐਡਵਾਂਟੇਜ ਨੇ ਵੀ ਆਹ ਕ੍ਰੀਏਟ ਹੋ ਸਕਦੀਆਂ ਨੇ। ਤਾਂ ਹੁਣ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋ ਤੱਕ ਲੈ ਕੇ ਜਾ ਰਿਹਾ ਗਾ, ਕਿਉਂਕਿ ਇੰਟਰੋ ਆਪਣਾ ਮੇਨ ਕੰਮ ਹੁੰਦਾ ਵੀ ਇਹਨੂੰ ਜਲਦੀ ਪੂਰਾ ਕਰ ਲਈਏ। ਕਹਿੰਦਾ ਇਟ ਇਜ਼ ਕਲੇਮਡ ਬਾਈ, ਕਹਿੰਦਾ ਇਹ ਕਲੇਮ ਕੀਤਾ ਗਿਆ ਫਿਊ ਇੰਡੀਵਿਜੂਅਲਸ ਦੇ ਵੱਲੋਂ ਦੈਟ ਨਿਊ ਲੈਂਗੁਏਜ ਨੀਡਸ ਟੂ ਬੀ ਇਨਵੈਂਟਡ, ਕਹਿੰਦਾ ਵੀ ਨਿਊ ਲੈਂਗੁਏਜ ਜਿਹੜੀ ਕਿ ਇਨਵੈਂਟ ਕਰਨੀ ਚਾਹੀਦੀ ਆ ਫਾਰ ਗਲੋਬਲ ਕਮਿਊਨੀਕੇਸ਼ਨ, ਕਾਹਦੇ ਲਈ, ਗਲੋਬਲ ਕਮਿਊਨੀਕੇਸ਼ਨ ਦੇ ਲਈ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਦੀ ਡੀਮੈਰਿਟਸ ਆਫ ਦਿਸ ਨਿਊ ਇਨਵੈਂਸ਼ਨ, ਮੈਂ ਉਹਨਾਂ ਨੂੰ ਕਿਹਾ ਵੀ ਆਹ ਡੀਮੈਰਿਟ ਹੋਣਗੇ ਜਿਹੜੀ ਆਹ ਇਨਵੈਂਸ਼ਨ ਦੀਆਂ ਓਵਰਲੈਪ, ਮੈਂ ਤੁਹਾਨੂੰ ਉਹ ਆਊਟ ਨੰਬਰ ਵੀ ਲਿਖਾਇਆ ਹੋਇਆ, ਓਵਰਲੈਪ ਵੀ ਕਰ ਸਕਦੇ ਹੋ, ਓਵਰਲੈਪ ਵੀ ਕਹਿ ਸਕਦੇ ਹੋ। ਕਹਿੰਦਾ ਓਵਰਲੈਪਸ ਇਟਸ ਮੈਰਿਟਸ, ਵੀ ਇਹਦੇ ਮੈਰਿਟਸ ਨੂੰ ਓਵਰਲੈਪ ਕਰਨਗੀਆਂ। ਐਂਡ ਦਿਸ ਐਸੇ ਵਿਲ ਡਿਸਕਸ ਮਾਈ ਵਿਊ ਪੁਆਇੰਟਸ ਇਨ ਅਪਕਮਿੰਗ ਪੈਰਾਗ੍ਰਾਫ। ਸਿੰਪਲ ਜੀ ਆਪਣੀ ਇੰਟਰੋ ਕੰਪਲੀਟ ਹੋ ਚੁੱਕੀ ਆ, ਕੋਈ ਇੱਥੇ ਜਨਰਲ ਲਾਈਨ ਨਹੀਂ ਹੈਗੀ ਹੈ ਨਾ, ਤਾਂ ਬਹੁਤ ਹੀ ਸਿੰਪਲ ਜੀ ਲੈਂਗੁਏਜ ਦੇ ਵਿੱਚ ਇਹ ਤੁਹਾਡੀ ਇੰਟਰੋ ਆ ਜਾਊਗੀ। ਅਤੇ ਆਪਾਂ ਉਹਨਾਂ ਨੂੰ ਕਹਿ ਤਾ ਵੀ ਇਹਦੀਆਂ ਜਿਹੜੀਆਂ ਡੀਮੈਰਿਟਸ ਹੋਣਗੀਆਂ ਉਹ ਜ਼ਿਆਦਾ ਹੋਣਗੀਆਂ। ਆਹ ਇਸ ਦੇ ਵਿੱਚ ਮੈਂ ਹੁਣ ਪੜ੍ਹ ਕੇ ਦੇਖਿਆ ਤਾਂ ਮੇਰੀਆਂ 2 ਡੀਮੈਰਿਟਸ ਹੀ ਦੱਸੀਆਂ ਹੋਈਆਂ ਨੇ, ਪਰ ਜਿਹੜੀਆਂ ਡੀਮੈਰਿਟਸ ਨੇ ਮੈਨੂੰ 3 ਦੱਸਣੀਆਂ ਚਾਹੀਦੀਆਂ ਸੀ, ਕਿਉਂਕਿ ਜੇ ਮੈਂ ਕਹਿ ਰਿਹਾ ਉਹਨਾਂ ਨੂੰ ਵੀ ਜਿਹੜੀਆਂ ਇਹਦੀਆਂ ਡੀਮੈਰਿਟਸ ਜ਼ਿਆਦਾ ਨੇ ਤਾਂ ਮੈਨੂੰ 3 ਡੀਮੈਰਿਟਸ ਦੱਸਣੀਆਂ ਪੈਣਗੀਆਂ, ਅਤੇ ਦੋ ਮੈਰਿਟਸ ਹੈ ਨਾ, ਤਾਂ ਪਰ ਇੱਥੇ ਮੈਂ 2 ਹੀ ਦੱਸੀਆਂ ਹੋਈਆਂ ਨੇ, ਤਾਂ ਇਹ ਥੋੜ੍ਹੀ ਜਿਹੀ ਮਿਸਟੇਕ ਆ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਹੁੰਦਾ ਵੀ ਲੈਂਥ ਸੇਮ ਰਹਿਣੀ ਚਾਹੀਦੀ ਆ। 2 ਤੁਹਾਡੀਆਂ ਡੀਮੈਰਿਟਸ 2 ਤੁਹਾਡੀਆਂ ਮੈਰਿਟ ਹੋਣੀ ਚਾਹੀਦੀਆਂ ਨੇ। ਜੇ ਮੰਨ ਲਓ ਤੁਸੀਂ ਕਹਿ ਰਹੇ ਹੋ ਵੀ ਡੀਮੈਰਿਟਸ ਜ਼ਿਆਦਾ ਨੇ, ਡਿਸਐਡਵਾਂਟੇਜ ਜ਼ਿਆਦਾ ਨੇ, ਤਾਂ 3 ਡਿਸਐਡਵਾਂਟੇਜ ਅਤੇ 2 ਤੁਹਾਡੀਆਂ ਮੈਰਿਟ, ਪਰ ਲੈਂਥ ਬੀਪੀ ਦੀ ਇਕੁਅਲ ਰੱਖਣੀ ਹੈ। ਇਹ ਤੁਸੀਂ ਧਿਆਨ ਦੇ ਵਿੱਚ ਮਤਲਬ ਕਿ ਰੱਖ ਕੇ ਗੱਲ ਚੱਲਣੀ ਆ ਵੀ ਲੈਂਥ ਇਕੁਅਲ ਰਹੇ ਦੋਨਾਂ ਬੀਪੀ ਦੀ, ਪਰ ਮੈਰਿਟਸ 2 ਐਕਸਪਲੇਨ ਕਰਨੀਆਂ ਨੇ, ਡੀਮੈਰਿਟਸ 3 ਕਰਨੀਆਂ ਨੇ ਹੈ ਨਾ। ਇਹ ਤੁਸੀਂ ਖੁਦ ਸੋਚ ਸਮਝ ਕੇ ਚੱਲਣਾ ਪਊ ਤੁਹਾਨੂੰ। ਹੁਣ ਆਪਾਂ ਬੀਪੀ ਦੇ ਵੱਲ ਆ ਜਾਂਦੇ ਹਾਂ, ਅਤੇ ਨਾਲ ਦੀ ਨਾਲ ਪੜ੍ਹੀ ਜਾਇਓ ਆਪਦਾ, ਕਿਉਂਕਿ ਹੈ ਨਾ ਮੈਂ ਇੱਧਰੋਂ ਮੈਂ ਵੀ ਨਾਲ ਦੀ ਨਾਲ ਪੜ੍ਹੂੰਗਾ ਤੁਹਾਡੇ। ਕਹਿੰਦਾ ਇਟ ਕੈਨ ਨੋਟ ਬੀ ਡਿਨਾਈਡ ਦੈਟ, ਕਹਿੰਦਾ ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਵੀ ਦੈਟ ਨਿਊ ਲੈਂਗੁਏਜ ਵਿਲ ਹੈਵ ਸਮ ਐਡਵਾਂਟੇਜਸ ਹੈ ਨਾ, ਵੀ ਜਿਹੜੀਆਂ ਨਿਊ ਲੈਂਗੁਏਜ ਆਊਗੀ ਵੀ ਉਹਦੀਆਂ ਥੋੜ੍ਹੀਆਂ ਮੋਟੀਆਂ ਐਡਵਾਂਟੇਜ ਹੋਣਗੀਆਂ, ਵੀ ਹੋਣਗੀਆਂ ਨਾ, ਸਮ ਜਾਣੀ ਕਿ ਕੁਝ ਕੁ ਐਡਵਾਂਟੇਜਸ ਹੋਣਗੀਆਂ। ਹੁਣ ਫਸਟ ਐਂਡ ਫਾਰਮੋਸਟ ਦਾ ਆਪਾਂ ਲਾਇਆ ਕਨੈਕਟਰ। ਕਹਿੰਦਾ ਇੰਡੀਵਿਜੂਅਲ ਕੈਨ ਇਨਵੈਂਟ ਦੈਟ ਟਾਈਪ ਆਫ ਲੈਂਗੁਏਜ ਦੈਟ ਵਿਲ ਬੀ ਕਨਵੀਨੀਅੰਟ ਟੂ ਲਰਨ। ਲਓ ਜੀ, ਕਹਿੰਦੇ ਜਿਹੜੇ ਇੰਡੀਵਿਜੂਅਲ ਨੇ, ਜਿਹੜੇ ਲੋਕ ਨੇ, ਜਿਹੜੇ ਲੈਂਗੁਏਜ ਲੱਭਣਗੇ ਉਹ ਇੱਦਾਂ ਦੀ ਲੈਂਗੁਏਜ ਲੱਭ ਸਕਦੇ ਜਿਹੜੀ ਕਿ ਕਨਵੀਨੀਅੰਟ ਹੋਊਗੀ ਹਰ ਇੱਕ ਦੇ ਲਈ ਹੈ ਨਾ, ਹਰ ਇੱਕ ਦੇ ਲਈ ਕਨਵੀਨੀਅੰਟ ਹੋਊਗੀ ਸਿੱਖਣ ਦੇ ਲਈ। ਲਰਨ ਕੀ ਹੁੰਦਾ, ਸਿੱਖਣ ਦੇ ਲਈ ਹੈ ਨਾ। ਹੁਣ ਆਪਾਂ ਇਹਨੂੰ ਐਕਸਪਲੇਨ ਵੀ ਕਰਨਾ, ਮੈਂ ਕਿਹਾ ਵੀ ਟੂ ਐਕਸਪਲੇਨ ਇਟ, ਕਹਿੰਦਾ ਮੈਂ ਉਹਨੂੰ ਜੇ ਐਕਸਪਲੇਨ ਕਰਾਂ, ਮੈਂ ਉਹਨਾਂ ਨੂੰ ਕਿਹਾ ਵੀ ਕਰੰਟ ਇੰਟਰਨੈਸ਼ਨਲ ਲੈਂਗੁਏਜ ਇਜ਼ ਇੰਗਲਿਸ਼। ਮੈਂ ਕਿਹਾ ਵੀ ਕਰੰਟ ਇੰਗਲਿਸ਼ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਉਹ ਕਿਹੜੀ ਹੈਗੀ, ਇੰਗਲਿਸ਼ ਆ ਨਾ। ਕਹਿੰਦਾ ਦਿਸ ਲੈਂਗੁਏਜ ਹੈਜ਼ ਸਮ ਕੰਪਲੈਕਸ ਥਿੰਗ, ਤਾਂ ਇਸ ਲੈਂਗੁਏਜ ਦੇ ਵੀ ਕੁਝ ਕੁ ਕੰਪਲੈਕਸ ਥਿੰਗ ਹੈਗੀਆਂ ਨੇ ਹੈ ਨਾ, ਵੀ ਕੁਝ ਕੁ ਡਿਫੀਕਲਟ ਜਿਹੇ ਪਾਰਟ, ਉਲਝਣ ਜਿਹੇ ਵਾਲੀ ਪਾਰਟ ਹੈਗੇ ਨੇ, ਜਿਵੇਂ ਕਿ ਆਪਾਂ ਵੀ ਥੋੜ੍ਹੇ ਮੋਟੇ ਗਰੂਮਰ ਦੇ ਰੂਲਾਂ ਦੇ ਵਿੱਚ ਉਲਝ ਜਾਂਦੇ ਹਾਂ ਇੰਗਲਿਸ਼ ਦੇ ਵਿੱਚ ਹੈ ਨਾ, ਵੀ ਦੈਟ ਆਰ ਨਾਟ ਈਜ਼ੀ ਫਾਰ ਐਵਰੀ ਵਨ, ਮਤਲਬ ਕਿ ਆਹ ਚੀਜ਼ ਆਪਾਂ ਕਹਾਂਗੇ ਵੀ ਸਾਰਿਆਂ ਦੇ ਲਈ ਸੌਖੀ ਨਹੀਂ ਹੈਗੀ। ਕਹਿੰਦਾ ਵੀ ਸੋ ਲੈਂਗੁਏਜ, ਮੈਂ ਕਿਹਾ ਵੀ ਉਹ ਲੈਂਗੁਏਜ ਜਿਹਦੇ ਬੇਸਿਕ ਸਿੰਪਲ ਹੋਣ, ਕੈਨ ਵੀ ਇਨਵੈਂਟ। ਲਓ ਜੀ, ਮੈਂ ਕਿਹਾ ਵੀ ਉਹ ਲੈਂਗੁਏਜ ਫਿਰ ਤੁਸੀਂ ਲੱਭ ਸਕਦੇ ਹੋ ਜਿਹਦੇ ਜਿਹੜੇ ਬੇਸਿਕ ਨੇ ਉਹ ਸਿੱਖਣੇ ਬਹੁਤ ਸੌਖੇ ਹੋਣ। ਤਾਂ ਇਹ ਆਪਣਾ ਪਹਿਲਾ ਪੁਆਇੰਟ ਹੋ ਗਿਆ ਜੀ ਐਕਸਪਲੇਨ। ਉਸ ਤੋਂ ਬਾਅਦ ਇਨ ਐਡੀਸ਼ਨ ਦਾ ਕਨੈਕਟਰ ਇੱਥੇ ਲੱਗ ਚੁੱਕਿਆ, ਯਾਨੀ ਕਿ ਇਨ ਐਡੀਸ਼ਨ ਦਾ ਕਨੈਕਟਰ ਇੱਥੇ ਲਾ ਕੇ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਆਪਾਂ ਜਿਹੜਾ ਕਿ ਸੈਕਿੰਡ ਪੁਆਇੰਟ ਹੈਗਾ ਉਹਨੂੰ ਐਕਸਪਲੇਨ ਕਰਨ ਜਾ ਰਹੇ ਹਾਂ ਹੈ ਨਾ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਅਨਦਰ ਮੈਰਿਟ ਵੀ ਇੱਕ ਹੋਰ ਮੈਰਿਟ ਹੈਗੀ ਆ ਇਹਦੀ, ਉਹ ਕੀ ਆ, ਇਜ਼ ਫਾਈਂਡਿੰਗ ਅ ਜੋਬ ਐਟ ਇੰਟਰਨੈਸ਼ਨਲ ਲੈਵਲ ਬਿਕਮ ਸੋ ਈਜ਼ੀ, ਬਿਕਮ ਸੋ ਸਿੰਪਲ ਹੈ ਨਾ।
ਵੀ ਇਹ ਕਿੱਦਾਂ ਹੋ ਜਾਊਗੀ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਕਿ ਜੋਬ ਲੱਭਣੀ ਉਹ ਬਹੁਤ ਸੌਖੀ ਹੋ ਜਾਊਗੀ। ਅਤੇ ਮੈਂ ਉਹਨਾਂ ਨੂੰ ਐਕਸਪਲੇਨ ਕਰ ਰਿਹਾ ਇਲੈਬੋਰੇਟ ਕਰਕੇ। ਮੈਂ ਕਿਹਾ ਵੀ ਜਿਹੜੀਆਂ ਫੋਰਨ ਫਰਮ ਨੇ, ਫੋਰਨ ਫਰਮ ਕੀ ਹੋ ਗਿਆ, ਫੋਰਨ ਦੀਆਂ ਜਿਹੜੀਆਂ ਕੰਪਨੀਆਂ ਨੇ, ਮਲਟੀਨੈਸ਼ਨਲ ਕੰਪਨੀਆਂ ਨੇ, ਉਹ ਆਲਵੇਜ਼ ਗਿਵ ਜੋਬ ਟੂ ਦੈਟ ਹਿਊਮਨ, ਮਤਲਬ ਕਿ ਉਹ ਉਹੀ ਬੰਦੇ ਨੂੰ ਜੋਬ ਦਿੰਦੀਆਂ ਨੇ ਹੂ ਹੈਵ ਗੁੱਡ ਨੌਲੇਜ ਆਫ ਇੰਗਲਿਸ਼, ਜਿਹਦੇ ਕੋਲ ਇੰਗਲਿਸ਼ ਦੀ ਵਧੀਆ ਨੌਲੇਜ ਹੋਵੇ ਨਾ, ਇਹ ਚੀਜ਼ ਦਾ ਆਪਾਂ ਨੂੰ ਪਤਾ। ਕਹਿੰਦਾ ਵੀ ਇਫ ਇੰਟਰਨੈਸ਼ਨਲ ਲੈਂਗੁਏਜ ਇਜ਼ ਸੇਮ, ਮੈਂ ਕਿਹਾ ਵੀ ਜੇ ਇੰਟਰਨੈਸ਼ਨਲ ਲੈਂਗੁਏਜ ਹੀ ਆਪਣੀ ਸੇਮ ਹੋਵੇ, ਕਹਿੰਦਾ ਦੈਨ ਐਵਰੀ ਵਨ ਕੈਨ ਅਪਲਾਈ ਫਾਰ ਜੋਬ ਇਨ ਅ ਬਿਗ ਕੰਪਨੀ, ਤਾਂ ਫਿਰ ਹਰ ਇੱਕ ਬੰਦਾ ਜਿਹੜੀ ਕਿ ਜੋਬ ਦੇ ਲਈ ਅਪਲਾਈ ਕਰ ਸਕਦਾ ਬਿਗ ਕੰਪਨੀ ਦੇ ਵਿੱਚ, ਹੈ ਨਾ। ਤਾਂ ਇਹ ਦੂਜਾ ਮਤਲਬ ਕਿ ਇਹਦਾ ਬੈਨੀਫਿਟ ਹੋ ਗਿਆ, ਇਹ ਦੂਜੀ ਐਡਵਾਂਟੇਜ ਹੋ ਗਈ। ਤਾਂ ਹੁਣ ਆਪਾਂ ਜਿਹੜੀਆਂ ਐਡਵਾਂਟੇਜਸ ਨੇ ਉਹਨੂੰ ਐਕਸਪਲੇਨ ਕਰ ਦਿੱਤਾ, ਅਤੇ ਹੁਣ ਆਪਾਂ ਮੂਵ ਕਰਨ ਜਾ ਰਹੇ ਹਾਂ ਕਿ ਆਪਣੀਆਂ ਸੈਕੰਡ BP ਦੇ ਵੱਲ, ਜਿਹਦੇ ਵਿੱਚ ਆਪਾਂ ਡੀਮੈਰਿਟਸ ਦੱਸਾਂਗੇ ਵੀ ਇਹਦੀਆਂ ਡੀਮੈਰਿਟਸ ਕੀ ਹੋ ਸਕਦੀਆਂ ਨੇ। ਤਾਂ ਹੁਣ ਤੁਸੀਂ ਪੜ੍ਹਨਾ ਸ਼ੁਰੂ ਕਰਿਓ ਵੀ ਸਭ ਤੋਂ ਪਹਿਲੀ ਜਿਹੜੀ ਡੀਮੈਰਿਟ ਆ ਉਹ ਕੀ ਆਊਗੀ। ਮੈਂ ਉਹਨਾਂ ਨੂੰ ਕਿਹਾ ਵੀ ਔਨ ਦੀ ਅਦਰ ਹੈਂਡ, ਜਿਵੇਂ ਕਿ ਤੁਹਾਨੂੰ ਪਤਾ ਵੀ ਜੇ ਆਪਾਂ ਉਲਟ ਗੱਲ ਕਰਨੀ ਹੋਵੇ, ਹੈ ਨਾ, ਵੀ ਉਲਟ ਯਾਨੀ ਕਿ ਜੇ ਪਹਿਲੇ 'ਚ ਮੈਰਿਟਸ ਨੇ, ਦੂਜੇ 'ਚ ਡੀਮੈਰਿਟ ਦੱਸਣੀਆਂ ਨੇ, ਜੇ ਪਹਿਲੇ 'ਚ ਐਗਰੀ ਹੋਇਆ ਤਾਂ ਦੂਜੇ 'ਚ ਡਿਸਐਗਰੀ ਹੋਣਾ, ਤਾਂ ਆਪਾਂ ਔਨ ਦੀ ਅਦਰ ਹੈਂਡ ਦਾ ਜਿਹੜਾ ਕਿ ਕਨੈਕਟਰ ਆਪਾਂ ਲੱਗ ਜਾਂਦਾ ਹੁੰਦਾ। ਮੈਂ ਉਹਨਾਂ ਨੂੰ ਕਿਹਾ ਵੀ ਨਿਊ ਲੈਂਗੁਏਜ ਕੈਨ ਕ੍ਰੀਏਟ ਵੇਰੀਅਸ ਪ੍ਰੋਬਲਮ। ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀ ਨਿਊ ਲੈਂਗੁਏਜ ਆ ਉਹ ਕੁਝ ਪ੍ਰੋਬਲਮ ਕ੍ਰੀਏਟ ਕਰ ਸਕਦੀ ਆ। ਫਸਟਲੀ ਪ੍ਰੋਬਲਮ ਕਿਹੜੀ ਹੋਊਗੀ, ਇਟ ਹੈਜ਼ ਨੈਗੇਟਿਵ ਇੰਪੈਕਟ ਔਨ ਲੈਸ ਸਪੋਕਨ ਲੈਂਗੁਏਜ, ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਵੀ ਇਹਦਾ ਜਿਹੜਾ ਨੈਗੇਟਿਵ ਇੰਪੈਕਟ ਕਿਹਨਾਂ ਦੇ ਹੋਊਗਾ, ਉਹਨਾਂ ਦੇ ਉੱਤੇ ਹੋਊਗਾ ਜਿਹੜੀਆਂ ਘੱਟ ਬੋਲੇ ਜਾਣ ਵਾਲੀਆਂ ਲੈਂਗੁਏਜਸ ਨੇ, ਹੈ ਨਾ। ਐਂਡ ਦੀਸ ਟਾਈਪ ਆਫ ਲੈਂਗੁਏਜ ਡਿਸਅਪੇਅਰ ਐਟ ਫਾਸਟਰ ਰੇਟ, ਮਤਲਬ ਵੀ ਆਹ ਤਰ੍ਹਾਂ ਦੀਆਂ ਜਿਹੜੀਆਂ ਲੈਂਗੁਏਜ ਨੇ ਉਹ ਬਹੁਤ ਹੀ ਤੇਜ਼ੀ ਦੇ ਨਾਲ, ਬਹੁਤ ਹੀ ਫਾਸਟਲੀ ਜਿਹੜੀਆਂ ਕਿ ਡਿਸਅਪੇਅਰ ਹੋ ਜਾਣਗੀਆਂ, ਹੈ ਨਾ। ਦਿਸ ਇਜ਼ ਦਾ ਰਿਐਲਿਟੀ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਬਿਕੋਜ਼ ਆਲ ਇੰਡੀਵਿਜੂਅਲ ਬਿਕਮ ਏਬਲ ਟੂ ਸਪੀਕ ਨਿਊ ਲੈਂਗੁਏਜ, ਕਿਉਂਕਿ ਵੀ ਜਿਹੜੇ ਹਰ ਬੰਦਾ ਹੋਊਗਾ, ਐਵਰੀ ਇੰਡੀਵਿਜੂਅਲ ਹੁਣ ਨਿਊ ਲੈਂਗੁਏਜ ਉਹ ਸਿੱਖਣ ਲੱਗ ਜੂਗਾ ਤਾਂ ਉਹ ਬੋਲਣਾ ਸ਼ੁਰੂ ਕਰ ਦੂਗਾ। ਐਂਡ ਦੇ ਵਿਲ ਸਪੀਕ ਨਿਊ ਲੈਂਗੁਏਜ ਔਨ ਮੋਸਟ ਆਫ ਦਾ ਓਕੇਸ਼ਨ, ਅਤੇ ਉਹ ਮੋਸਟ ਆਫ ਦਾ ਓਕੇਸ਼ਨ ਦੇ ਉੱਤੇ, ਮੋਸਟਲੀ ਸਿਚੁਏਸ਼ਨ ਦੇ ਉੱਤੇ ਜਿਹੜਾ ਕਿ ਨਿਊ ਲੈਂਗੁਏਜ ਹੀ ਸਪੀਕ ਕਰੂਗਾ, ਨਿਊ ਲੈਂਗੁਏਜ ਹੀ ਬੋਲੂਗਾ। ਇਹਦੇ ਨਾਲ ਜਿਹੜੀ ਉਹਦੀ ਆਪਦੀ ਨੇਟਿਵ ਲੈਂਗੁਏਜ ਆ ਉਹਦੇ ਉੱਤੇ ਬਹੁਤ ਵੱਡਾ ਨੈਗੇਟਿਵ ਇੰਪੈਕਟ ਹੋਊਗਾ, ਅਤੇ ਉਹ ਬਿਲਕੁਲ ਹੀ ਕਹਿ ਸਕਦੇ ਵੀ ਖਤਮ ਜਿਹੀ ਹੋ ਜੂਗੀ, ਹੈ ਨਾ। ਇਹ ਪੁਆਇੰਟ ਆਪਾਂ ਐਕਸਪਲੇਨ ਕਰਤਾ। ਹੁਣ ਜਿਵੇਂ ਕਿ ਆਪਾਂ ਮੋਰ ਓਵਰ ਦਾ ਕਨੈਕਟਰ ਲਗਾਵਾਂਗੇ, ਮੋਰ ਓਵਰ ਦਾ ਕਨੈਕਟਰ ਲਗਾ ਕੇ ਆਪਾਂ ਕਿੱਦਾਂ ਐਕਸਪਲੇਨ ਕੀਤਾ। ਮੈਂ ਉਹਨਾਂ ਨੂੰ ਕਿਹਾ ਵੀ ਮੋਰ ਓਵਰ ਓਲਡ ਪੀਪਲ ਮਾਈਟ ਫੇਸ ਐਂਪਲ ਆਫ ਡਿਫੀਕਲਟੀਜ਼, ਮੈਂ ਕਿਹਾ ਵੀ ਜਿਹੜੇ ਓਲਡ ਪੀਪਲ ਨੇ ਉਹ ਕੁਝ ਕੁ ਡਿਫੀਕਲਟੀਜ਼ ਫੇਸ ਕਰ ਸਕਦੇ ਨੇ ਇਨ ਲਰਨਿੰਗ ਅ ਨਿਊ ਲੈਂਗੁਏਜ, ਹੈ ਨਾ। ਹੁਣ ਆਪਾਂ ਇਹ ਤਾਂ ਉਹਨਾਂ ਨੂੰ ਕਹਿ ਤਾ ਵੀ ਜਿਹੜੇ ਓਲਡ ਪੀਪਲ ਨੇ ਉਹ ਜਿਹੜੀ ਕਿ ਪ੍ਰੋਬਲਮ ਫੇਸ ਕਰਨਗੇ, ਤਾਂ ਹੁਣ ਪ੍ਰੋਬਲਮ ਕਿੱਦਾਂ ਫੇਸ ਕਰਨਗੇ, ਜਾਣੀ ਕਿ ਹਾਓ ਆਪਾਂ ਨੂੰ ਕਲੀਅਰ ਕਰਨਾ ਪਊਗਾ ਵੀ ਕਿਵੇਂ। ਬਿਕੋਜ਼ ਕਹਿੰਦਾ ਡਿਊ ਟੂ ਏਜ ਦੇਅਰ ਮੈਂਟਲ ਪਾਵਰ ਸਟਾਰਟ ਡਿਕਰੀਜ਼ਿੰਗ, ਮੈਂ ਕਿਹਾ ਵੀ ਏਜ ਦੇ ਕਰਕੇ ਉਹਨਾਂ ਦਾ ਜਿਹੜਾ ਸਿੱਧਾ ਇੰਪੈਕਟ ਆ ਉਹ ਕਾਹਦੇ ਉੱਤੇ ਪੈਂਦਾ, ਉਹਨਾਂ ਦੀ ਮੈਂਟਲ ਪਾਵਰ ਦੇ ਉੱਤੇ ਪੈਂਦਾ। ਕਹਿੰਦਾ ਇਟ ਇਜ਼ ਵੈਰੀ ਹਾਰਡ ਟੂ ਰਿਮੈਂਬਰ ਨਿਊ ਕੰਸੈਪਟ ਆਫ ਨਿਊ ਲੈਂਗੁਏਜ, ਕਹਿੰਦਾ ਉਹਨਾਂ ਲਈ ਇਹ ਬਹੁਤ ਔਖਾ ਹੋਊਗਾ ਨਿਊ ਕੰਸੈਪਟ ਸਿੱਖਣਾ ਨਿਊ ਲੈਂਗੁਏਜ ਦਾ, ਹੈ ਨਾ। ਜਿਵੇਂ ਕਿ ਨਿਊ ਵਰਡ ਸਿੱਖਣੇ ਪੈਣਗੇ ਉਹਨਾਂ ਨੂੰ, ਨਿਊ ਵੋਕੈਬ ਸਿੱਖਣੀ ਪਊਗੀ, ਤਾਂ ਔਖਾ ਹੋ ਜਾਊ ਉਹਨਾਂ ਦੇ ਲਈ, ਹੈ ਨਾ। ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ, ਕਹਿੰਦਾ ਫਾਰ ਐਗਜ਼ਾਮਪਲ ਇੱਥੇ ਮੈਂ ਦੱਸਦੀ ਬੁਲਗਾਰੀਆ ਦੀ ਐਗਜ਼ਾਮਪਲ ਲਈ ਆ। ਇਹਨਾਂ ਦੀ ਗਵਰਨਮੈਂਟ ਮੇਡ ਨਿਊ ਨੈਸ਼ਨਲ ਲੈਂਗੁਏਜ, ਕਹਿੰਦਾ ਉੱਥੋਂ ਦੀ ਗਵਰਨਮੈਂਟ ਨੇ ਇੱਕ ਨਿਊ ਨੈਸ਼ਨਲ ਲੈਂਗੁਏਜ ਬਣਾਈ ਸੀ ਦੈਟ ਹੈਡ ਸਮ ਕੰਪਲੈਕਸ ਬੇਸਿਕਸ, ਜਿਹਦੇ ਜਿਹੜੇ ਬੇਸਿਕਸ ਸੀ ਉਹ ਥੋੜ੍ਹੇ ਜਿਹੇ ਕੰਪਲੈਕਸ ਸੀ, ਹੈ ਨਾ। ਐਂਡ ਬਟ ਦਾ ਕੌਨਸੀਕੁਐਂਸਿਸ ਵਾਜ਼ ਨਾਟ ਸੋ ਗੁੱਡ, ਪਰ ਜਿਹੜੇ ਕੌਨਸੀਕੁਐਂਸਿਸ ਕੀ ਹੁੰਦੀ ਆ ਵੀ ਉਹਦੇ ਜਿਹੜੇ ਰਿਜ਼ਲਟ ਸੀ, ਉਹਦੇ ਜਿਹੜੇ ਸਿੱਟੇ ਸੀ ਉਹ ਬਹੁਤੇ ਕੋਈ ਚੰਗੇ ਨਹੀਂ ਸੀ। ਕਹਿੰਦਾ ਵੀ ਕੀ ਹੋਇਆ, ਕਹਿੰਦਾ ਚਿਲਡਰਨ ਐਂਡ ਅਡਲਟਸ ਲਰਨਡ ਦੈਟ ਲੈਂਗੁਏਜ ਵੈਰੀ ਈਜ਼ਲੀ, ਹੈ ਨਾ। ਕਹਿੰਦਾ ਵੀ ਉਹਨਾਂ ਨੇ ਤਾਂ ਲੈਂਗੁਏਜ ਬਹੁਤ ਈਜ਼ੀ ਸਿੱਖ ਲਈ, ਕਹਿੰਦਾ ਬਟ ਸੀਨੀਅਰ ਸਿਟੀਜ਼ਨਸ ਫੇਸਡ ਆ ਬਿਗ ਡਿਫੀਕਲਟੀ, ਪਰ ਜਿਹੜੇ ਸੀਨੀਅਰ ਸਿਟੀਜ਼ਨ ਸੀ ਉਹਨਾਂ ਨੇ ਬਹੁਤ ਵੱਡੀ ਜਿਹੜੀ ਕਿ ਡਿਫੀਕਲਟੀ ਉਹਦੇ ਵਿੱਚ ਫੇਸ ਕੀਤੀ, ਹੈ ਨਾ। ਇਸ ਤਰੀਕੇ ਦੇ ਨਾਲ ਆਪਾਂ ਟਾਸਕ 2 ਦਾ ਜਿਹੜਾ ਕਿ ਸੈਕੰਡ ਕੰਸੈਪਟ ਸੀ ਆਪਣਾ ਉਹਨੂੰ ਐਕਸਪਲੇਨ ਕਰ ਦਿੱਤਾ। ਅਤੇ ਕਨਕਲੂਜਨ ਦੇ ਵਿੱਚ ਕਿੱਦਾਂ ਕਹਿ ਦਾਂਗੇ, ਕਨਕਲੂਜਨ ਦੇ ਵਿੱਚ ਆਪਾਂ ਆਲਦੋ ਵਾਲੀ ਸਟਰਕਚਰ ਯੂਜ਼ ਕੀਤੀ ਹੋਈ ਆ ਵੀ ਆਲਦੋ ਇਨਵੈਂਸ਼ਨ ਆਫ ਨਿਊ ਲੈਂਗੁਏਜ ਹੈਜ਼ ਸਮ ਮੈਰਿਟਸ, ਮੈਂ ਕਿਹਾ ਵੀ ਹਾਂ ਕੁਝ ਕੁ ਮੈਰਿਟਸ ਹੈਗੀਆਂ ਨੇ ਲਾਈਕ ਈਜ਼ੀ ਟੂ ਲਰਨ ਐਂਡ ਇਨਫ ਲੈਂਗੁਏਜ ਬੈਰੀਅਰਸ ਐਂਡ ਲੈਂਗੁਏਜ ਬੈਰੀਅਰਸ, ਮਤਲਬ ਕਿ ਲੈਂਗੁਏਜ ਬੈਰੀਅਰ ਮਤਲਬ ਕਿ ਲੈਂਗੁਏਜ ਨੇ ਜੋ ਬੰਦਿਆਂ ਉੱਤੇ ਰੋਕਾਂ ਲਾਈਆਂ ਹੋਈਆਂ ਨੇ, ਹੈ ਨਾ, ਵੀ ਉਹ ਦੂਜੀ ਕੰਟਰੀਜ਼ ਦੇ ਵਿੱਚ ਜੋਬ ਨਹੀਂ ਲੈ ਸਕਦੇ, ਵੀ ਉਹ ਖਤਮ ਹੋ ਜਾਣਗੀਆਂ। ਕਹਿੰਦਾ ਹਾਊਐਵਰ ਨਹੀਂ ਇੱਥੇ ਆਊਗਾ, ਇੱਥੇ ਬਟ ਹੀ ਯੂਜ਼ ਕਰਨਾ ਤੁਸੀਂ, ਹੁਣ ਹਾਊਐਵਰ ਵਾਲੀ ਗਲਤੀ ਨਾ ਕਰਿਓ। ਕਹਿੰਦਾ ਵਟ ਇਟਸ ਡਰਾਬੈਕ ਸੱਚ ਐਜ਼ ਡਿਫੀਕਲਟ ਫਾਰ ਓਲਡ ਜਨਰੇਸ਼ਨ, ਹੈ ਨਾ, ਵੀ ਡਿਫੀਕਲਟ ਹੋਊਗੀ ਓਲਡ ਜਨਰੇਸ਼ਨ ਵਾਸਤੇ। ਐਂਡ ਨੈਗੇਟਿਵ ਇੰਪੈਕਟ ਔਨ ਲੈਸ ਸਪੋਕਨ ਲੈਂਗੁਏਜਸ, ਹੈ ਨਾ, ਵੀ ਜਿਹੜੀਆਂ ਘੱਟ ਲੈਂਗੁਏਜ ਬੋਲੀਆਂ ਜਾਂਦੀਆਂ ਨੇ ਉਹਨਾਂ ਉੱਤੇ ਵੀ ਨੈਗੇਟਿਵ ਇੰਪੈਕਟ ਪਊਗਾ। ਕੈਨ ਨਾਟ ਬੀ ਨਿਗਲੈਕਟਡ, ਵੀ ਉਹਨਾਂ ਨੂੰ ਆਪਾਂ ਨਿਗਲੈਕਟ ਨਹੀਂ ਕਰ ਸਕਦੇ, ਉਹਨਾਂ ਨੂੰ ਠੁਕਰਾ ਨਹੀਂ ਸਕਦੇ, ਉਹਨਾਂ ਨੂੰ ਸਾਈਡ 'ਤੇ ਨਹੀਂ ਕੀਤਾ ਜਾ ਸਕਦਾ। ਤਾਂ ਇਹ ਹੋ ਗਿਆ ਆਪਣਾ ਟਾਸਕ 2, ਯਾਨੀ ਕਿ ਐਕਸਪਲੇਨ ਕਰਨ ਦੀ ਜਿਹੜੀ ਸਕਿੱਲ ਆ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਤੁਹਾਡੀ ਸੈਂਟੈਂਸ ਫਾਰਮੇਸ਼ਨ ਵਧੀਆ ਹੋਣੀ ਚਾਹੀਦੀ ਹੈ, ਤੁਹਾਡੀ ਜਿਹੜੀ ਗ੍ਰਾਮਰ ਦੇ ਵਿੱਚ ਮਿਸਟੇਕ ਨੋਰਮਲ ਜਿਹੜੀਆਂ ਮਿਸਟੇਕ ਨੇ ਉਹ ਐਕਸੈਪਟ ਕੀਤੀਆਂ ਜਾ ਸਕਦੀਆਂ ਨੇ, ਪਰ ਜੇ ਤੁਸੀਂ ਬਾਰ-ਬਾਰ ਹੀ ਉਹੀ ਜਿਹੜੀਆਂ ਮਿਸਟੇਕ ਕਰੋਗੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਊਗਾ ਨਾ। ਅਤੇ ਆਪਣਾ ਜਿਹੜਾ ਸਪੈਲਿੰਗ ਮਿਸਟੇਕ ਆ ਉਹਦੇ ਉੱਤੇ ਧਿਆਨ ਦਿਓ।
ਸਪੈਲਿੰਗ ਮਿਸਟੇਕ ਨੂੰ ਠੀਕ ਕਰਨ ਦੇ ਲਈ ਆਪਣੀ ਪ੍ਰੂਫ ਰੀਡਿੰਗ ਵੀ ਟਾਈਮ ਦੇ ਨਾਲ ਕਰਿਆ ਕਰੋ। ਤਾਂ ਇਸ ਤਰੀਕੇ ਨਾਲ ਜਿਹੜਾ ਕਿ ਟਾਸਕ 1 ਅਤੇ ਟਾਸਕ 2 ਤੁਸੀਂ ਬਹੁਤ ਹੀ ਐਫੀਸ਼ੀਐਂਟ ਵੇ ਦੇ ਨਾਲ ਆਪਣਾ ਜਿਹੜਾ ਕਿ ਸੋਲਵ ਕਰ ਸਕਦੇ ਹੋ, ਅਤੇ ਤੁਹਾਡਾ ਜਿਹੜਾ ਬੈਂਡ ਸਕੋਰ ਆ ਉਹ 6 ਤੋਂ ਤਾਂ ਕੋਈ ਵੀ ਨਹੀਂ ਰੋਕ ਸਕਦਾ ਜੇ ਤੁਸੀਂ ਇੰਨਾ ਕੁ ਪੈਟਰਨ ਵੀ ਫੋਲੋ ਕਰ ਲੈਂਦੇ ਹੋ, ਹੈ ਨਾ। ਜੇ ਇਸ ਤੋਂ ਵਧੀਆ ਕਰ ਸਕਦੇ ਹੋ ਤਾਂ ਜਿਹੜਾ ਕਿ 6.5 ਬੈਂਡ ਤੋਂ ਵੀ ਤੁਹਾਨੂੰ ਨਹੀਂ ਰੋਕਿਆ ਜਾ ਸਕਦਾ। ਤਾਂ ਟੋਟਲੀ ਚੀਜ਼ ਤੁਹਾਡੇ ਉੱਤੇ ਡਿਪੈਂਡ ਕਰਦੀ ਹੈ। ਮੈਂ ਤੁਹਾਨੂੰ ਇੱਕ ਵੇ ਦੱਸ ਰਿਹਾ, ਇੱਕ ਤਰੀਕਾ ਦੱਸ ਰਿਹਾ ਵੀ ਹਾਂ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਤਾਂ ਥੈਂਕ ਯੂ ਸੋ ਮਚ ਅੱਜ ਦੀ ਇਸ ਕਲਾਸ ਨੂੰ ਅਟੈਂਡ ਕਰਨ ਦੇ ਲਈ, ਅੱਜ ਦੇ ਸਾਡੇ ਕੋਰਸ ਨੂੰ ਦੇਖਣ ਦੇ ਲਈ। ਥੈਂਕ ਯੂ ਸੋ ਮਚ ਅਗੇਨ।